देश दुनिया च वसते पंजाबियों ਨੂੰ ਜੀ ਆਇਆਂ। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं दोनों ਨੂੰ जी आया। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੁਰਭਜਨ ਗਿੱਲ ਲਿਖਦੇ ਨੇ ਕਿ ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ ਘਸਦੇ ਘਸਦੇ ਘਸ ਚੱਲੇ ਆ, ਘਾਈਆਂ ਦੇ ਪੁੱਤ ਘਾਈਆਂ ਵਰਗੇ। ਉਹਨਾਂ ਸਾਰਿਆਂ ਲਈ ਇਹ ਸ਼ਬਦ ਜਿਨ੍ਹਾਂ ਨੇ ਰਾਤਾਂ ਬਾਹਰ ਕੱਟੀਆਂ ਨੇ, ਜਿਹੜੇ ਕੁਦਰਤ ਦੀ ਕਰੋਪੀ ਦੇ ਨਾਲ ਤੁਰਦੇ ਨੇ, ਔਰ ਜਿਹੜੇ ਆਜ਼ਾਦੀ ਦੇ ਇੰਨੇ ਸਾਲ ਬੀਤਣ ਤੇ ਵੀ ਅਜੇ ਥੋੜੇ ਜਿਹੇ ਪਾਣੀ ਆਉਣ ਤੇ ਬੇਘਰੇ ਹੋ ਜਾਂਦੇ ਆ। ਕੱਲ ਤੁਰਦੇ ਆ, ਸਭ ਤੋਂ ਪਹਿਲੀ ਖਬਰ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਹੈ। ਦੂਜੀ ਖਬਰ ਕਿ ਓਪੀ ਸੋਨੀ ਦਾ ਫੜੇ ਜਾਣਾ ਮਹਿਜ ਇੱਕ ਗ੍ਰਿਫਤਾਰੀ ਤੱਕ ਸੀਮਤ ਹੈ ਜਾਂ ਇਹਦਾ 2024 ਦੀ ਇਲੈਕਸ਼ਨ ਨਾਲ ਵੀ ਕੋਈ ਸੰਬੰਧ ਹੈ। ਕਿ ਕਾਂਗਰਸ ਹੈਵੀਵੇਟ ਉਤਾਰਨ ਦੇ ਯਤਨ ਦੇ ਵਿੱਚ ਆਪਣੇ ਹੈਵੀਵੇਟ ਅੰਦਰ ਕਰਾ ਲੂ, ਇਹ ਸਵਾਲ ਨੇ। ਇੱਕ ਹੋਰ ਸਵਾਲ ਹੈ ਕਿ ਕੀ ਸਿਆਸਤਦਾਨਾਂ ਤੇ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਲਾਗੂ ਹੁੰਦੇ ਆ ਕਿ ਅਫਸਰਾਂ ਤੇ ਵੀ ਹੁੰਦੇ ਆ, ਬਿਊਰੋਕਰੇਟਸ ਤੇ ਵੀ ਹੁੰਦੇ ਆ। ਇੱਕ ਹੋਰ ਸਵਾਲ ਕਿ ਆਖਰ ਆਮਦਨ ਤੋਂ ਵੱਧ ਇੰਨੀ ਜਾਇਦਾਦ ਆ ਕਿੱਥੋਂ ਜਾਂਦੀ ਹੈ। ਇਸ ਤੋਂ ਅਗਲਾ ਮਾਮਲਾ, ਪੰਜਾਬ ਦੇ ਵਿੱਚ ਰਾਜਨੀਤੀ ਦਾ ਗਰਮਾਉਣਾ ਕੋਈ ਨਵਾਂ ਨਹੀਂ, ਪਰ ਦਿੱਲੀ ਪੰਜਾਬ ਨੂੰ ਡਿਕਟੇਟ ਕਰਦੀ ਹੈ। ਜਦੋਂ ਦਿੱਲੀ ਦੀ ਸਿਆਸਤ ਡਗਮਗਾਉਂਦੀ ਹੈ, ਸਾਡੇ ਤੇ ਅਸਰ ਹੁੰਦਾ। ਕੇਜਰੀਵਾਲ ਸਾਹਿਬ ਨਾਲ ਜੁੜੀਆਂ ਕੁਝ ਖਬਰਾਂ ਨੇ, ਅੱਜ ਉਹਨਾਂ ਨਾਲ ਸੰਬੰਧਿਤ ਆਰਡੀਨੈਂਸ ਦੇ ਉੱਤੇ ਸੁਣਵਾਈ ਹੈ। ਦੂਜਾ ਮਾਮਲਾ ਰਾਘਵ ਚੱਡਾ ਨਾਲ ਸੰਬੰਧਿਤ ਹੈ, ਔਰ ਤੀਜਾ ਮਾਮਲਾ ਜਦੋਂ ਉਹ ਹਰਿਆਣੇ ਦੇ ਵਿੱਚ ਤਾਲ ਠੋਕਦੇ ਆ, ਪੰਜਾਬ ਦੇ ਹਿੱਤਾਂ ਨਾਲ ਟਕਰਾ ਕੇ ਗੱਲ ਅੱਗੇ ਵੱਧਦੀ ਹੈ। ਇਹ ਸਾਰੇ ਸਵਾਲ ਤੇ ਅਗਲਾ ਮਾਮਲਾ, ਅਤਿਮ ਮਾਮਲਾ, ਪੰਜਾਬ ਦੀ ਦੁੱਖ ਦੀ ਰਗ, ਨਸ਼ਿਆਂ ਦੇ ਉੱਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਕਿ ਅਸੀਂ ਐਨਡੀਪੀਐਸ ਐਕਟ ਦੇ ਵਿੱਚ ਸੋਧ ਕਰਨ ਜਾ ਰਹੇ ਹਾਂ, ਤਰਮੀਮ ਕਰਨ ਜਾ ਰਹੇ ਹਾਂ। ਹੁਣ ਥੋੜੀ ਮਾਤਰਾ 'ਚ ਜਿਨ੍ਹਾਂ ਤੋਂ ਨਸ਼ਾ ਫੜਿਆ ਜਾਊਗਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਊਗੀ। ਕੀ ਬਣਿਆ ਉਸ ਮਾਮਲੇ ਦਾ ਅਸੀਂ ਡਾਕਟਰ ਸਾਹਿਬ ਤੋਂ ਜਾਣਨਾ ਚਾਹਾਂਗੇ। ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਸਖਤ ਟਿੱਪਣੀ ਕੀਤੀ ਹੈ, ਸਟੇਟਮੈਂਟ ਦਿੱਤੀ ਹੈ 1.5 ਸਾਲ ਦੇ ਕਾਰਜਕਾਲ ਦੇ ਉੱਤੇ ਨਸ਼ਿਆਂ ਦੇ ਮਾਮਲੇ 'ਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ। ਔਰ ਆਖਰ ਦੇ ਵਿੱਚ ਆਪਾਂ ਜਾਵਾਂਗੇ ਗਵਰਨਰਾਂ ਦੇ ਰਫੜ, ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ, ਜਿੱਥੇ ਜਿੱਥੇ ਕੇਂਦਰ ਰਾਜਪਾਲ ਦੁਆਰਾ ਰਾਜਾਂ ਦੇ ਵਿੱਚ ਆਉਂਦਾ ਹੈ, ਉੱਥੇ ਉੱਥੇ ਦੇ ਰੌਲੇ ਨੇ। ਸਟਾਲਨ ਨੇ ਤਮਿਲਨਾਡੂ ਦੇ ਵਿੱਚ ਰਾਸ਼ਟਰਪਤੀ ਨੂੰ ਕੀ ਲਿਖਿਆ, ਇਹ ਸਵਾਲ ਹੈ ਇਸ ਤਰ੍ਹਾਂ ਦੇ ਮਾਮਲੇ ਕਿਉਂਕਿ ਪੰਜਾਬ 'ਚ ਵੀ ਆਉਂਦੇ ਰਹਿੰਦੇ ਆ। ਔਰ ਪੱਛਮੀ ਬੰਗਾਲ ਦੇ ਗਵਰਨਰ ਰਾਜਪਾਲ ਅੱਜ ਦਿੱਲੀ 'ਚ ਹੋਣਗੇ, ਕਿਹੋ ਜਿਹੀ ਸ਼ਿਕਾਇਤ ਲਾ ਸਕਦੇ ਆ ਕਿ ਉਸ ਸ਼ਿਕਾਇਤ ਦੇ ਉੱਤੇ ਕੋਈ ਅਸਰ ਵੀ ਹੋ ਸਕਦਾ। ਜਦੋਂ ਉਧਵ ਠਾਕਰੇ 18 ਵਾਲੀ ਮੀਟਿੰਗ ਤੋਂ ਪਹਿਲਾਂ ਇਹ ਕਹਿੰਦੇ ਆ ਨਾ ਕਿ ਵਾਅਦਾ ਖਿਲਾਫੀ ਕਰਦੇ ਆ, ਇਹ ਸਮਝੌਤੇ ਕਰਕੇ ਤੋੜ ਦਿੰਦੇ ਆ, ਇਹ ਚੋਣਾਂ ਤੋਂ ਪਹਿਲਾਂ ਹੋਰ ਤੇ ਬਾਅਦ 'ਚ ਹੋਰ ਹੁੰਦੇ ਆ। ਹੁਣ ਵੇਖਾਂਗੇ ਇਹਨਾਂ ਨਾਲ ਨਵੇਂ ਕਿੰਨੇ ਨਿਭ ਜਾਂਦੇ ਆ। ਤੇ ਬੜੇ ਸਾਰੇ ਵਿਅੰਗ ਨੇ ਪਰਿਸਥਿਤੀਆਂ ਦੇ। ਕੇਂਦਰੀ ਰਾਜਨੀਤੀ ਵਿੱਚ ਭੁਚਾਲ ਆਇਆ ਪਿਆ ਵਾ। ਸਭ ਤੋਂ ਪਹਿਲਾਂ ਅਸੀਂ ਮੌਸਮ ਦੀ ਜਾਣਕਾਰੀ ਕੁਝ ਮਿੰਟਾਂ ਦੇ ਵਿੱਚ, ਮਤਲਬ ਅਸੀਂ 1-1 ਮਿੰਟ ਟੋਟਲ ਲੈ ਰਹੇ ਹਾਂ। ਭਾਸਕਰ ਸਾਹਿਬ ਜਲੰਧਰ 'ਚ ਬੈਠੇ ਹੋ, ਜਲੰਧਰ ਦੇ ਨਕੋਦਰ ਜਾਂ ਪਰਲੇ ਏਰੀਏ ਦੇ ਵਿੱਚ ਸਤਲੁਜ ਮਾਰ ਕਰਦਾ ਹੈ। ਆਰਮੀ ਬੁਲਾਉਣ ਦਾ ਜ਼ਿਕਰ ਹੋ ਰਿਹਾ, ਜੇ ਮੀਂਹ ਹੋਰ ਪੈ ਗਿਆ ਅੰਮ੍ਰਿਤਸਰ 'ਚ ਤੇ ਸੁੱਖ ਸਾਂਦ ਦੇ ਧੁੱਪ ਚੜ ਗਈ। ਪਰ ਚੰਡੀਗੜ੍ਹ ਦੇ ਵਿੱਚ ਵੀ ਹਾਲ ਬਹੁਤਾ ਬਿਹਤਰ ਨਹੀਂ। ਭਾਸਕਰ ਸਾਹਿਬ ਪਹਿਲਾਂ ਸਥਿਤੀ ਦੀ ਸਮੀਖਿਆ ਕਰਿਓ, ਦੱਸਿਓ ਸਾਨੂੰ ਕੀ ਹਾਲ ਹਵਾਲ ਨੇ। ਜਿੱਥੇ ਤੱਕ ਹੜ੍ਹ ਦੀ ਗੱਲ ਹੈਗੀ ਹੈ, ਜਲੰਧਰ ਦੇ ਵਿੱਚ ਖਾਸ ਕਰਕੇ ਸ਼ਾਹਕੋਟ ਦਾ ਏਰੀਆ, ਮਲਸੀਆ, ਉਹ ਜਿਹੜਾ ਏਰੀਆ ਹੈ, ਉੱਥੇ ਰਾਤ ਨੂੰ ਹੜ੍ਹ ਆਉਣ ਦੀ ਸੰਭਾਵਨਾ ਸੀ। ਸਵੇਰੇ ਗੱਲ ਨਹੀਂ ਹੋਈ, ਲੇਕਿਨ ਉੱਥੇ ਕਾਫੀ ਪਾਣੀ ਛੱਡਿਆ ਜਾ ਰਿਹਾ ਸੀਗਾ। ਔਰ ਕੱਲ ਜਿਹੜਾ ਟੂਸੀ ਬੰਨ ਹੈਗਾ ਉਹਦੇ ਟੁੱਟਣ ਦੀ ਆਸ਼ੰਕਾ ਸੀਗੀ। ਮੈਨੂੰ ਲੱਗਦਾ ਹੈ ਕਿ ਹੁਣ ਤੱਕ ਐਨਡੀਆਰਐਫ ਰਾਤ ਨੂੰ ਵੀ ਡਿਪਲੋਏ ਕਰ ਦਿੱਤੀ ਗਈ ਸੀ ਔਰ ਆਰਮੀ ਵੀ ਬੁਲਾ ਲਈ ਗਈ ਸੀ। ਕਾਫੀ ਸਾਰੇ ਇੰਤਜ਼ਾਮਾਂ ਦੀ ਗੱਲ ਡਿਪਟੀ ਕਮਿਸ਼ਨਰ ਜਿਹੜੇ ਵਿਸ਼ੇਸ਼ ਸਰੰਗਲ ਨੇ ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਸੀ। ਪਰ ਇੰਤਜ਼ਾਮ ਪੂਰੇ ਹੋਣ ਦੇ ਬਾਵਜੂਦ ਵੀ 50-60 ਪਿੰਡਾਂ ਨੂੰ ਖਾਲੀ ਕਰਾਉਣ ਦੀ ਵੀ ਗੱਲ ਸੀ, ਉਹਨਾਂ ਨੂੰ ਸੇਫ ਜਗ੍ਹਾ ਲੈ ਕੇ ਜਾਣ ਦੀ ਵੀ ਗੱਲ ਚੱਲ ਰਹੀ ਸੀ ਔਰ ਉਹ ਸ਼ਾਇਦ ਕੱਲ ਰਾਤ ਤੱਕ ਇਹ ਕੰਮ ਹੋ ਵੀ ਗਿਆ। ਪਰ ਹੁਣ ਕਿੱਦਾਂ ਦੇ ਹਾਲਾਤ ਨੇ, ਥੋੜੀ ਦੇਰ ਬਾਅਦ ਅਸੀਂ ਇਸ ਦੀ ਜਾਣਕਾਰੀ ਲੈ ਕੇ ਆਪਣੇ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਜਲੰਧਰ ਦੇ ਵਿੱਚ ਹਾਲਾਤ ਠੀਕ ਨਹੀਂ ਹੈ। ਕਿ ਸਿਰਫ ਜਲੰਧਰ ਨਹੀਂ, ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹਦੇ ਵਿੱਚ ਭਾਵੇਂ ਬਾਰਿਸ਼ ਇੰਨੀ ਆਈ ਹੋਏ ਜਾਂ ਨਹੀਂ ਆਈ ਹੋਏ, ਜਿਹੜਾ ਪਿੱਛੋਂ ਪਾਣੀ ਛੱਡਿਆ ਗਿਆ ਉਹਦੇ ਕਰਕੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਇੰਦਰਪ੍ਰੀਤ ਜੀ, ਆਮ ਤੌਰ ਤੇ ਤਾਂ ਰਿਪੇਰੀਅਨ ਲਾ ਕਹਿੰਦੇ ਨੇ ਕਿ ਜਿੱਥੇ ਜਿੱਥੇ ਦਰਿਆ ਮਾਰ ਕਰਦੇ ਆ, ਦਰਿਆ ਉਹਨਾਂ ਦੇ ਹੁੰਦੇ ਆ। ਪਰ ਪੰਜਾਬ ਨੂੰ ਤਾਂ ਕਦੇ ਕਿਹਾ ਹੀ ਨਹੀਂ ਗਿਆ ਵੀ ਦਰਿਆ ਤੁਹਾਡੇ ਆ। ਕਹਿੰਦੇ ਨਾ ਇਹ ਤੁਹਾਡੇ ਕਿੱਥੇ, ਇਹ ਤਾਂ ਡਿਸਪਿਊਟਡ ਹੈ, ਇਹ ਤਾਂ ਰੌਲੇ ਵਾਲੇ ਮਾਮਲੇ ਆ। ਪਰ ਹੁਣ ਅਜੇ ਪਹਿਲੀ ਝਾਕੀ ਆਈ ਸੀ, ਪੰਜਾਬ ਰੁੜਨ ਦੀ ਕਗਾਰ ਤੇ ਆ ਗਿਆ।
ਸਾਡੀ ਆਪਣੀਆਂ ਵੀ ਕਮਜ਼ੋਰੀਆਂ ਨੇ, ਅਸੀਂ ਨਾਲੇ ਚੌਕ ਬਜਾ ਲਏ ਨੇ, ਅਸੀਂ ਬਹੁਤ ਗਲਤੀਆਂ ਕਰਕੇ ਆਏ ਆ, ਅਸੀਂ ਵੱਡੀਆਂ ਕੰਕਰੀਟ ਦੀਆਂ ਬਿਲਡਿੰਗਾਂ ਉਸਾਰ ਲਈਆਂ, ਧਰਤੀ ਨਾਲ ਖਿਲਵਾੜ ਕਰਤਾ ਹੈ। ਖੈਰ ਸਾਡੇ ਹਿੱਸੇ ਦੇ ਵਿੱਚ ਇਹ ਤਾਂ ਆਉਣਾ ਹੀ ਸੀਗਾ, ਪਰ ਮੈਨੂੰ ਸਥਿਤੀ ਦੱਸਿਓ, ਚੰਡੀਗੜ੍ਹ ਵੀ ਕਾਫੀ ਸੰਕਟ 'ਚ ਹੈ। ਰੰਧਾਵਾ ਸਾਹਿਬ ਦੇਖੋ, ਚੰਡੀਗੜ੍ਹ ਪਹਿਲਾਂ ਪੰਜਾਬ ਦਾ ਪਲੈਨਡ ਸਿਟੀ ਸੀ। ਜੇ ਤੁਸੀਂ ਪਲੈਨਡ ਸਿਟੀ ਦਾ ਇਹ ਹਾਲ ਹੈ, ਜਿੱਥੇ ਮਤਲਬ ਕਿ ਡਰੇਨੇਜ ਦਾ ਸਿਸਟਮ ਬਹੁਤ ਅੱਛਾ ਹੈ, ਉਹ ਵੀ ਤਕਰੀਬਨ ਡੈਮੇਜ ਹੋ ਗਿਆ। ਅਸਲ 'ਚ ਇਹ ਵੀ ਹੈਗਾ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਤੇ ਮੌਨਸੂਨ ਇਕੱਠੇ ਦੋਨੋਂ ਟਕਰਾ ਰਹੇ ਨੇ, ਉਹਦੇ ਕਰਕੇ ਇੱਕੋ ਜਗ੍ਹਾ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਜਿਹੜਾ ਤੁਸੀਂ ਦੇਖੋ, ਚੰਡੀਗੜ੍ਹ ਤੋਂ ਲੈ ਕੇ ਕੰਡੀ ਬੈਲਟ ਹੈਗੀ ਹੈ, ਨਵਾਂ ਸ਼ਹਿਰ ਤੱਕ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਮਤਲਬ ਕੱਲ 30 ਘੰਟਿਆਂ ਬਾਅਦ ਚੰਡੀਗੜ੍ਹ ਦੇ ਵਿੱਚ ਮੀਂਹ ਰੁਕਿਆ ਕੁਝ ਦੇਰ ਲਈ, ਲੇਕਿਨ ਅੱਜ ਸਵੇਰ ਤੋਂ ਹੀ ਫਿਰ ਤੋਂ ਨਵੇਂ ਸਿਰੇ ਤੋਂ ਮੀਂਹ ਪੈ ਰਿਹਾ, ਲਗਾਤਾਰ ਹੁਣ ਵੀ ਜਾਰੀ ਹੈ। ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਇਸ ਟਾਈਮ ਪ੍ਰੋਗਰਾਮ ਵਿੱਚ ਚੱਲ ਰਿਹਾ। ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਕਜੌਲੀ ਦਾ ਜਿਹੜੇ ਵਾਟਰ ਵਰਕਸ ਦੀ ਜਿਹੜੀਆਂ ਪਾਈਪਾਂ ਨੇ ਉਹ ਡੈਮੇਜ ਹੋ ਗਈਆਂ ਨੇ, ਕਿਉਂਕਿ ਮੋਹਾਲੀ ਔਰ ਪੰਚਕੂਲਾ ਤੱਕ ਇੱਥੋਂ ਹੀ ਪਾਣੀ ਜਿਹੜਾ ਹੈਗਾ ਪੀਣ ਵਾਲਾ ਸਰਵ ਹੁੰਦਾ ਹੈ, ਤਾਂ ਉਹ ਡੈਮੇਜ ਹੋਣ ਕਰਕੇ ਅੱਜ ਜਿਹੜੀ ਸਥਿਤੀ ਹੈ ਪੀਣ ਵਾਲੇ ਪਾਣੀ ਦੀ ਵੀ ਬਹੁਤ ਸੰਕਟ 'ਚ ਆ ਗਈ ਹੈ। ਇਸੇ ਤਰ੍ਹਾਂ ਹੀ ਲਾਈਟ ਦੀ ਅਦਰਵਾਈਜ਼ ਤਾਂ ਕੋਈ ਘਾਟ ਨਹੀਂ ਹੈ, ਪਰ ਜਦੋਂ ਮੀਂਹ ਬਹੁਤ ਤੇਜ਼ ਹੋ ਜਾਂਦਾ ਹੈ ਤਾਂ ਬਾਰ-ਬਾਰ ਜਿਹੜਾ ਹੈਗਾ ਉਹ ਲਾਈਟ ਜਾ ਰਹੀ ਹੈ ਜਾਂ ਬੰਦ ਕਰ ਦਿੱਤੀ ਜਾ ਰਹੀ ਹੈ, ਤਾਂ ਕਿ ਕੋਈ ਨੁਕਸਾਨ ਨਾ ਹੋਵੇ। ਜੇ ਤੁਸੀਂ ਜ਼ੀਰਕਪੁਰ ਵਾਲੇ ਏਰੀਆ ਦੇ ਦੇਖੋ, ਉਹ 'ਚ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ, ਜਿੱਥੇ ਕਿ ਇੱਕ ਫਲੋਰ ਤੱਕ ਪਾਣੀ ਚਲਾ ਗਿਆ। ਮਤਲਬ ਤੁਸੀਂ ਸਮਝ ਸਕਦੇ ਹੋ ਵੀ 7-8 ਫੁੱਟ ਤੱਕ ਪਾਣੀ ਹੈ। ਦਰਅਸਲ ਗੱਲ ਇਹ ਹੈ ਕਿ ਕਿਉਂਕਿ ਮੀਂਹ ਚਾਰੋਂ ਤਰਫ ਪੈ ਰਿਹਾ ਔਰ ਉੱਪਰ ਪਹਾੜਾਂ ਤੇ ਵੀ ਪੈ ਰਿਹਾ, ਯਾਨੀ ਕਿ ਜੇ ਅਸੀਂ ਪਾਣੀ ਕੱਢਣਾ ਵੀ ਚਾਹੀਏ ਤਾਂ ਪਾਣੀ ਕੱਢਣ ਦੇ ਰਾਹ ਵੀ ਹੈ ਨਹੀਂ। ਜਿਹੜੇ ਰਾਹ ਨੇ ਜਾਂ ਤਾਂ ਉਹ ਪੂਰੇ ਮਤਲਬ ਅਸੀਂ ਖੁਦ ਹੀ ਨੱਪ ਲੈਨੇ, ਉਸ ਤੇ ਬਿਲਡਿੰਗਾਂ ਖੜੀਆਂ ਕਰਤੀਆਂ ਨੇ, ਤੇ ਜਾਂ ਜਿਹੜੇ ਮਾੜੇ ਮੋਟੇ ਰਹਿ ਗਏ ਨੇ ਉਹ ਪੂਰੇ ਫੁੱਲ ਪਾਣੀ ਨਾਲ ਭਰੇ ਹੋਏ ਨੇ, ਜਿਸ 'ਚ ਹੋਰ ਕਪੈਸਿਟੀ ਹੈ ਨਹੀਂ ਹੈ। ਸਾਰੀਆਂ ਸੜਕਾਂ ਜਿੰਨੀਆਂ, ਚਾਹੇ ਲਿੰਕ ਰੋਡਸ ਹੋਣ ਚਾਹੇ ਦੂਜੀਆਂ ਵੱਡੀਆਂ ਰੋਡਸ ਹੋਣ, ਸਾਰਿਆਂ ਤੇ 3-3 4-4 ਫੁੱਟ ਦਾ ਪਾਣੀ ਚੱਲ ਰਿਹਾ। ਔਰ ਇਹ ਬੜੀ ਡੇਂਜਰਸ ਗੱਲ, ਇੱਕ ਕੱਲ ਅੱਜ ਸਵੇਰੇ ਹੀ ਇੱਕ ਵੀਡੀਓ 'ਚ ਆਈ ਹੈ ਵੀ ਖਰੜ ਦੇ ਕਿਸੇ ਪਿੰਡ 'ਚ ਮਗਰਮੱਛ ਵੀ ਆ ਗਿਆ। ਹੁਣ ਇਹ ਵੀਡੀਓਜ਼ ਤੁਹਾਨੂੰ ਪਤਾ ਇਦਾਂ ਦੇ ਅੱਜ ਕੱਲ੍ਹ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਆ। ਮੈਂ ਸੱਚਾਈ ਇਹਦੀ ਨਹੀਂ ਕਹਿ ਸਕਦਾ ਵੀ ਇਹ 100% ਠੀਕ ਹੋਏਗਾ, ਪਰ ਜੇ ਇਸ ਤਰ੍ਹਾਂ ਦਾ ਹੈ, ਕਿਉਂਕਿ ਦੇਖੋ ਜਾਨਵਰ ਵੀ ਫਿਰ ਬਾਹਰ ਆਉਣਗੇ ਹੀ। ਜੇ ਮੰਨ ਲਓ ਸਪੋਜ਼ ਕਰੋ ਜਿਹੜੀ ਸਾਡੀ ਹੁਣ SYL ਨਹਿਰ ਹੈ, ਉਹ ਲਗਭਗ ਹੁਣ ਡੈਮੇਜ ਹੋ ਚੁੱਕੀ ਹੈ, ਉਹਦੇ 'ਚ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਆ, ਜੰਗਲ ਬਣਿਆ ਹੋਇਆ ਉਹ ਪੂਰਾ। ਔਰ ਇਸ ਟਾਈਮ SYL ਫੁੱਲ ਭਰੀ ਹੋਈ ਹੈ ਪਾਣੀ ਨਾਲ, ਕਿਉਂਕਿ ਸਾਰੇ ਜਿੰਨੇ ਕਿਸਾਨ ਨੇ ਉਹ ਆਪਣੇ ਜਿਹੜੇ ਨੱਕੇ ਵੱਢੀ ਜਾਂਦੇ ਆ, ਤਾਂ ਕਿ ਜਿਹੜਾ ਪਾਣੀ ਹੈਗਾ ਉਹ SYL ਦੇ ਵਿੱਚ ਚਲਾ ਜਾਏ, ਜ਼ਿਆਦਾ ਤੋਂ ਜ਼ਿਆਦਾ ਉੱਧਰ ਚਲਾ ਜਾਏ। ਸੋ ਉਹਦੇ ਵਿੱਚ ਨੈਚੁਰਲੀ ਜੇ ਕਿਤੇ ਇਹੋ ਜਿਹਾ ਕੋਈ ਜਾਨਵਰ ਹੋਏਗਾ ਤਾਂ ਉਹ ਪਾਣੀ ਨਾਲ ਹੀ ਬਾਹਰ ਵੀ ਆ ਸਕਦਾ, ਲੋਕਾਂ ਦੇ ਪਿੰਡਾਂ 'ਚ ਜਾ ਸਕਦਾ ਹੈ। ਇਹ ਥੋੜੇ ਕੁਝ ਖਤਰਨਾਕ ਰੁਝਾਨ ਹੈਗੇ ਨੇ। ਸੋ 5-6 ਜ਼ਿਲ੍ਹਿਆਂ 'ਚ ਤੁਸੀਂ ਦੇਖੋ, ਜਿਹੜੇ ਇਹ ਕੰਡੀ ਬੈਲਟ ਵਾਲੀ ਜਿਹੜੀ ਮੈਂ ਤੁਹਾਨੂੰ ਕਿਹਾ ਹੈ, ਇਹਨਾਂ ਵਿੱਚ ਸਾਰਿਆਂ ਦੇ ਵਿੱਚ ਸਕੂਲ ਬੰਦ ਕਰਤੇ ਗਏ। ਵੈਸੇ ਵੀ ਪ੍ਰਸ਼ਾਸਨ ਲਗਾਤਾਰ ਇਹ ਕਹਿ ਰਿਹਾ ਵੀ ਘਰ ਤੋਂ ਨਿਕਲਣਾ ਅਵੋਇਡ ਕਰੋ, ਜੇ ਨਹੀਂ ਨਿਕਲ ਜਾਏ ਬਿਨਾਂ ਸਰਦਾ ਹੈ ਤਾਂ ਘੱਟੋ ਘੱਟ ਸਾਰ ਲਓ। ਅਦਰਵਾਈਜ਼ ਵੀ ਮੈਨੂੰ ਲੱਗਦਾ ਕਿ ਜਾ ਕੇ ਵੀ ਲੋਕ ਔਖੇ ਹੀ ਹੋਣਗੇ, ਕਿਉਂਕਿ ਹਰ ਸੜਕ ਤੇ ਬਹੁਤ ਜ਼ਿਆਦਾ ਪਾਣੀ ਖੜਾ ਹੈ, ਖਾਸ ਤੌਰ ਤੇ ਜਿਹੜੇ ਨਿਚਲੇ ਇਲਾਕੇ ਨੇ ਉਹਨਾਂ ਦੇ ਵਿੱਚ। ਭਾਸਕਰ ਸਾਹਿਬ, ਜਦੋਂ OP ਸੋਨੀ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਹੈ ਤਾਂ ਇਹਦੇ ਕਈ ਮਾਅਨੇ ਲਏ ਜਾਂਦੇ ਆ। ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਕਨਸੋਆਂ ਸੀਗੀਆਂ। ਪੁਰਾਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਵੀ ਸੰਕਟ 'ਚ ਨੇ। ਉਸ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਤੋਂ ਲੈ ਕੇ ਬਲਬੀਰ ਸਿੱਧੂ ਤੱਕ ਕਾਫੀ ਹੋਰ ਮਿਨਿਸਟਰ ਰਹੇ ਪਿਛਲੀ ਸਰਕਾਰ ਦੇ ਵਿੱਚ, ਉਹ ਬਾਰ-ਬਾਰ ਸੱਦੇ ਜਾ ਰਹੇ। ਔਰ ਸੱਦੇ ਤਾਂ ਕੁਝ ਅਫਸਰਸ਼ਾਹ ਵੀ ਜਾ ਰਹੇ ਸੀ, ਪੁਰਾਣੀ ਸਰਕਾਰ ਦੇ ਮੰਤਰੀ ਵੀ ਜਾ ਰਹੇ ਸੀਗੇ, ਲੇਕਿਨ ਵਿਅਕਤੀਆਂ ਦੀ ਗ੍ਰਿਫਤਾਰੀ ਦਾ ਸਮਾਂ ਕੀ ਇਹ ਵੀ ਤੈਅ ਹੁੰਦਾ? ਕਿਉਂਕਿ ਸਾਰੇ ਕੇਸ ਸਮਾਨਾਂਤਰ ਹੀ ਚੱਲ ਰਹੇ ਆ, ਤੇ ਕੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਕੱਲਾ ਮਾਮਲਾ ਹੈ ਜਾਂ ਇਹਦੇ ਵਿੱਚ ਸਿਆਸਤ ਵੀ ਕੰਮ ਕਰਦੀ ਹੈ? ਇਹ ਸਾਰੇ ਸਵਾਲ ਤਾਂ ਪੁੱਛੇ ਜਾਣਗੇ। ਉਂਝ ਜੇਕਰ ਵਿਜੀਲੈਂਸ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਉਹਨਾਂ ਦੀ ਆਮਦਨ ਤੇ ਜਾਇਦਾਦ, ਮਤਲਬ ਜਿੰਨੇ ਉਹਨਾਂ ਨੇ ਪੈਸੇ ਕਮਾਏ ਆ ਉਹਦੇ ਨਾਲੋਂ ਵੱਧ ਖਰਚੇ ਆ, ਜੇ ਲਗਭਗ ਦਸਤਾਵੇਜ਼ਾਂ ਨਾਲ ਇਹ ਕਲੀਅਰ ਹੋ ਗਿਆ ਤਾਂ ਫਿਰ ਗ੍ਰਿਫਤਾਰੀ ਤਾਂ ਬਣਦੀ ਆ। ਜੇ ਉਹ ਨਹੀਂ ਦੱਸ ਰਹੇ ਵੀ ਕਿੱਥੋਂ ਆਏ ਤਾਂ ਕੀ ਕਹਿੰਦੇ ਹੋ? ਰੰਧਾਵਾ ਜੀ, ਚਾਹੇ ਵਿਜੀਲੈਂਸ ਬਿਊਰੋ ਹੋਏ ਜਾਂ ਫਿਰ ਐਨਫੋਰਸਮੈਂਟ ਡਾਇਰੈਕਟੋਰੇਟ, ਜਦ ਵੀ ਕਿਸੇ ਪੋਲੀਟੀਕਲ ਵਿਅਕਤੀ ਦੀ ਉੱਥੇ ਪੇਸ਼ੀ ਹੁੰਦੀ ਹੈ ਤੇ ਉਹਨੂੰ ਇੱਕ ਪੋਲੀਟੀਕਲ ਕਲਰ ਦੇਣ ਦੀ ਕੋਸ਼ਿਸ਼ ਪੋਲੀਟੀਕਲ ਪਾਰਟੀਆਂ ਅਕਸਰ ਕਰਦੀ ਹੈ। ਇਹੀ ਕੁਝ ਪੰਜਾਬ ਦੇ ਵਿੱਚ ਵੀ ਹੋ ਰਿਹਾ, ਕਿਉਂਕਿ ਵਿਜੀਲੈਂਸ ਬਿਊਰੋ ਦੇ ਚੱਕਰ ਕਾਂਗਰਸ ਦੇ ਪੂਰਵ ਮੰਤਰੀ ਕਈ ਲਾ ਰਹੇ। ਹੁਣ ਕੱਲ OP ਸੋਨੀ ਦੀ ਵਾਰੀ ਸੀ, ਹਾਲਾਂਕਿ ਚੱਕਰ ਪਹਿਲਾਂ ਨਹੀਂ ਸੀ, ਉਸ ਤੋਂ ਪਹਿਲੇ ਬਹੁਤ ਵਾਰ OP ਸੋਨੀ ਉਹਨਾਂ ਆਪਣੀ ਪ੍ਰਾਪਰਟੀ ਦੇ ਕਾਗਜ਼ਾਤ ਵਿਜੀਲੈਂਸ ਬਿਊਰੋ ਦੇ ਵਿੱਚ ਦਿੰਦੇ ਹੋਏ ਜਾਂਦੇ ਹੋਏ ਦੇਖੇ ਗਏ।
ਪਰ ਕੱਲ ਫਾਈਨਲੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। 2016 ਤੋਂ ਲੈ ਕੇ 2022 ਦੇ ਵਿੱਚ ਉਹਨਾਂ ਨੇ ਜਿਹੜੀ ਪ੍ਰਾਪਰਟੀ ਦੇ ਵਿੱਚ ਇਨਕਮ ਹੋਈ ਹੈ ਜਾਂ ਉਹਨਾਂ ਦੀ ਇਨਕਮ ਤੋਂ ਵੱਧ ਖਰਚਾ ਹੋਇਆ ਉਹਦਾ ਜ਼ਿਕਰ ਕਰਦੇ ਹੋਏ, ਕਿਉਂਕਿ 2016 ਤੋਂ 2022 ਦੇ ਵਿੱਚ ਉਹਨਾਂ ਦੀ ਇਨਕਮ ਆਫੀਸ਼ੀਅਲ ਨੋਨ ਸੋਰਸ ਆਫ ਇਨਕਮ ਸੀਗੀ ਉਹ 4 ਕਰੋੜ 52 ਲੱਖ ਸੀ, ਔਰ ਉਹਨਾਂ ਦਾ ਖਰਚਾ ਸੀਗਾ 12 ਕਰੋੜ 48 ਲੱਖ, ਯਾਨੀ 176% ਤੋਂ ਵੀ ਵੱਧ ਖਰਚਾ ਆਮਦਨ ਤੋਂ ਜ਼ਿਆਦਾ। ਉਸ ਕੇਸ ਦੇ ਵਿੱਚ ਕੱਲ ਵਿਜੀਲੈਂਸ ਬਿਊਰੋ ਨੇ ਓਪੀ ਸੋਨੀ ਉਹਨਾਂ ਨੂੰ ਫੜ ਲਿਆ। ਹਾਲਾਂਕਿ ਕਾਂਗਰਸ ਦੇ ਕਈ ਲੀਡਰ ਇਹਨੂੰ ਪੋਲੀਟੀਕਲ ਬੰਦਤਾ ਵੀ ਕਹਿ ਰਹੇ ਨੇ, ਔਰ ਖਾਸ ਕਰਕੇ ਤਦ ਜਦ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਨਸ਼ਰ ਹੋਈ ਸੀ ਕਿ ਓਪੀ ਸੋਨੀ ਉਹਨਾਂ ਨੂੰ 2024 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਅੰਮ੍ਰਿਤਸਰ ਤੋਂ ਕਾਂਗਰਸ ਉਤਾਰ ਸਕਦੀ ਹੈ। ਹੁਣ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਵੀ ਬਿਆਨ ਆਇਆ, ਕਹਿੰਦੇ ਜੀ ਡੀਏ ਦੇ ਕੇਸ ਦੇ ਵਿੱਚ ਯਾਨੀ ਡਿਸਪ੍ਰੋਪੋਰਸ਼ਨੇਟ ਆਫ ਐਸੈਟ ਦੇ ਕੇਸ ਦੇ ਵਿੱਚ 99% ਕੇਸ ਦੇ ਵਿੱਚ ਕੁਝ ਵੀ ਸਾਬਿਤ ਨਹੀਂ ਹੁੰਦਾ, ਔਰ ਆਖਿਰ ਦੇ ਵਿੱਚ ਉਸ ਵਿਅਕਤੀ ਦੇ ਖਿਲਾਫ ਸਾਰੇ ਦੋਸ਼ ਖਤਮ ਹੋ ਜਾਂਦੇ ਨੇ। ਪਰ ਹੁਣ ਇਹ ਕਾਂਗਰਸ ਦੇ ਵਿੱਚ ਸਿਆਸੀ ਇੱਕ ਤਰੀਕੇ ਨਾਲ ਪੋਲੀਟੀਕਲ ਬੰਦਤਾ ਦੀ ਗੱਲ ਚੱਲ ਰਹੀ ਹੈ। ਵਿਜੀਲੈਂਸ ਬਿਊਰੋ ਦੇ ਕੋਲ ਪੂਰਾ ਰਿਕਾਰਡ ਹੈ, ਉਹਨਾਂ ਨੇ ਸਾਰੇ ਖਰਚੇ ਤੇ ਇਨਕਮ ਨੂੰ ਮੈਚ ਕਰਨ ਤੋਂ ਬਾਅਦ ਇਸ ਨਤੀਜੇ ਦੇ ਉੱਤੇ ਕਹਿੰਦੇ ਕਿ ਅਰੈਸਟ ਕੀਤਾ ਹੈ। ਹੁਣ ਅੱਗੇ ਚੱਲ ਕੇ ਇਹ ਸਿਆਸੀ ਰੰਗ ਕਿੱਦਾਂ ਲੈਂਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਖਹਿਰਾ ਸਾਹਿਬ ਦੀ ਗੱਲ ਦਰੁਸਤ ਹੋ ਸਕਦਾ ਉਹਨਾਂ ਕੋਲ ਕੋਈ ਤੱਥ ਹੋਣ, ਪਰ ਇਹ ਕਿੱਦਾਂ ਹੈ ਕਿ ਤੁਹਾਡੀ ਆਮਦਨ ਤੋਂ ਤੁਹਾਡੀ ਖਰਚਾ ਕਈ ਗੁਣਾ ਵੱਧ ਹੋਇਆ ਹੋਵੇ ਤਾਂ ਇਹਦੇ ਵਿੱਚੋਂ ਨਿਕਲੇ ਕੱਖ ਨਾ। ਦੱਸਣਾ ਤਾਂ ਪਊਗਾ ਨਾ ਕਿ ਪੈਸੇ ਆਏ ਕਿੱਥੋਂ ਆ, ਤੁਸੀਂ ਕੋਈ ਚੀਜ਼ ਪੁਰਾਣੀ ਵੇਚੀ ਆ, ਤੁਸੀਂ ਕਿੱਥੋਂ ਲਿਆਂਦੇ ਪੈਸੇ ਸਾਰੇ। ਜਦੋਂ ਤੁਸੀਂ ਐਡੇ ਵੱਡੇ ਅਹੁਦੇ ਤੇ ਹੋਵੋ ਤੇ ਤੁਸੀਂ ਐਲੀਗੇਸ਼ਨਾਂ ਦੇ ਦਾਇਰੇ 'ਚ ਵੀ ਹੋਵੋ। ਵੈਸੇ ਹਾਸਾ ਠੱਠਾ ਹੀ ਹੈ ਕਿ ਜਿਨ੍ਹਾਂ ਨੇ ਫਾਰਮ ਹਾਊਸ ਬਣਾਏ ਸੀ ਉਹਨਾਂ ਤੇ ਹੀ ਕਰੋਪੀ ਆ। ਪਿੱਛੇ ਕੁਸ਼ਲਦੀਪ ਢਿੱਲੋਂ ਉਹਨਾਂ ਨੂੰ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈ ਗਿਆ, ਔਰ ਇਸੇ ਤਰ੍ਹਾਂ ਹੁਣ ਬ੍ਰਹਮ ਮਹਿੰਦਰਾ ਇਸ ਤੋਂ ਅਗਲੇ ਜਿਨ੍ਹਾਂ ਦੀ ਪਮੈਸ਼ ਹੋ ਰਹੀ ਹੈ ਚੰਡੀਗੜ੍ਹ ਦੇ ਘੇਰਿਆਂ 'ਚ, ਜਿਨ੍ਹਾਂ ਦੇ ਫਾਰਮ ਹਾਊਸ ਨੇ ਨਾ ਨਵੇਂ ਚੰਡੀਗੜ੍ਹ ਵੱਲ, ਮੈਨੂੰ ਲੱਗਦਾ ਕੋਈ ਹੱਥ ਹੌਲਾ ਕਰਾਉਣ ਕਿਸੇ ਸਿਆਣੇ ਤੋਂ, ਕੋਈ ਫਾਂਡਾ ਫੁੰਡਾ ਕਰਾਉਣ, ਕੋਈ ਤਵੀਤ ਟੰਗਾਉਣ, ਕੁਛ ਨਾ ਕੁਝ ਤਾਂ ਕਰਨ। ਚਲੋ ਗੱਲ ਤੋਰੋ। ਵੈਸੇ ਜੇਕਰ ਇਨਕਮ ਤੋਂ ਵੱਧ ਤੁਸੀਂ ਖਰਚਾ ਕਰ ਰਹੇ ਹੋ ਤਾਂ ਕੋਈ ਤਾਂ ਉਹਦੇ ਲਈ ਤੁਹਾਨੂੰ ਦੱਸਣਾ ਪਊ ਨਾ ਜੀ। ਜਦੋਂ ਤੁਹਾਡੇ ਕੋਲ ਸਰਕਾਰੀ ਅਹੁਦੇ ਹੋਣ ਤੇ ਉਹਦੇ ਵਿੱਚ ਗੁੰਜਾਇਸ਼ ਹੋਵੇ ਕਿ ਤੁਸੀਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਰੰਧਾਵਾ ਸਾਹਿਬ, ਜਿਹੜੇ ਦੇਖੋ ਦੋ ਚੀਜ਼ਾਂ ਤੋਂ ਆਪਾਂ ਗੱਲ ਸ਼ੁਰੂ ਕਰੀਏ। ਇੱਕ ਤਾਂ ਇਹ ਜਿਹੜੀ ਭਾਸਕਰ ਸਾਹਿਬ ਨੇ ਕਿਹਾ ਕਿ ਸੁਖਪਾਲ ਖਹਿਰਾ ਹੋਣੀ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਇਹ ਵੈਂਡੇਟਾ। ਦੇਖੋ ਵੈਂਡੇਟਾ ਹੋ ਸਕਦਾ, ਮੈਂ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ 'ਚ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਕਟਾਰੂ ਚੱਕ ਹੈ, ਚਾਹੇ ਫੌਜਾ ਸਿੰਘ ਸਰਾਰੀ ਹੈ, ਚਾਹੇ ਮਾਣੂ ਕੇ ਹੈ ਜਾਂ ਹੋਰ ਸਤਕਾਰ ਕੋ, ਕਈ ਨਾਂ ਲਿੱਤੇ ਉਹਨਾਂ ਨੇ ਵੀ। ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਕੇਸ ਚੱਲਦੇ, ਮਤਲਬ ਉਹ ਵੀ ਦਾਗੀ ਹੋਏ ਨੇ ਪਿਛਲੇ ਦਿਨਾਂ 'ਚ, ਲੇਕਿਨ ਸਰਕਾਰ ਨੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੈਗਾ। ਪਰ ਕਾਂਗਰਸ ਉੱਤੇ ਬੜੇ ਤੁਰੰਤ ਐਕਸ਼ਨ ਹੋ ਰਹੇ ਨੇ। ਇਹ ਮੇਰੇ ਖਿਆਲ ਭਾਸਕਰ ਸਾਹਿਬ ਸ਼ਾਇਦ 10ਵਾਂ ਹੈ, ਜੇ ਤੁਸੀਂ ਗਿਣੇ ਹੁਣ ਤਾਂ 10ਵਾਂ ਜਿਹੜਾ ਹੈਗਾ ਉਹ ਮੰਤਰੀ ਜਾਂ ਤਾਂ ਉਹਦੇ ਤੇ ਕੇਸ ਹੋਇਆ ਜਾਂ ਉਹਨੂੰ ਅੰਦਰ ਕਰਨ ਦੀ ਕੋਸ਼ਿਸ਼ ਹੋਈ, ਮਤਲਬ ਅੰਦਰ ਕੀਤਾ ਜਾ ਰਿਹਾ। ਮਤਲਬ ਮਿਲਾ ਕੇ ਸੋਰੇ ਜਿਹੜੇ ਇਹ ਕੈਬਨਿਟ ਜਿਹੜੀ ਕੈਪਟਨ ਸਾਹਿਬ ਦੀ ਸੀਗੀ ਉਹਦੇ 10ਵੇਂ ਹੈ। ਹੁਣ ਸਵਾਲ ਇਹ ਹੈਗਾ ਕਿ ਕੀ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਜਾਂ ਵਾਕਈ ਇਹਨਾਂ ਦਾ ਕੁਝ ਹੈ। ਲੇਕਿਨ ਇਹ ਮਾਮਲੇ ਖਾਸ ਤੌਰ ਤੇ ਓਪੀ ਸੋਨੀ ਦੇ ਮਾਮਲਾ ਗੱਲ ਕਰੀਏ, 4-4.5 ਕਰੋੜ ਭਾਸਕਰ ਸਾਹਿਬ ਨੇ ਕਿਹਾ ਵੀ ਉਹਨਾਂ ਦੀ ਆਮਦਨ ਆਈ ਹੈ ਔਰ 12-12.5 ਕਰੋੜ ਰੁਪਏ ਖਰਚਾ ਆਇਆ। ਹੁਣ ਇਹ ਕੋਈ ਏਦਾਂ ਦਾ ਤਾਂ ਤੱਥ ਹੈ ਨਹੀਂ ਜਿਹਨੂੰ ਆਪਾਂ ਇਹ ਕਹੀਏ ਵੀ ਕੋਈ ਇਹ ਤਾਂ ਪੋਲੀਟੀਕਲ ਵੈਂਡੇਟਾ। ਇਹ 'ਚ ਵੈਂਡੇਟਾ ਕੀ ਹੈ? ਇਹ 'ਚ ਤਾਂ ਤੁਸੀਂ ਉਹ ਜਿਹੜੇ ਤੱਥ ਦੇ ਰਹੇ ਹੋ ਉਸ ਤੋਂ ਉਹਨਾਂ ਨੇ ਕਿਹਾ ਵੀ ਭਾਈ ਆਹ ਸਾਨੂੰ ਦੱਸ ਦਿਓ 8 ਕਰੋੜ ਰੁਪਏ ਕਿੱਥੋਂ ਆਇਆ। ਸੋ ਲੇਕਿਨ ਜਿਹੜੀ ਇਹਦੀ ਵੱਡੀ ਗੱਲ ਹੈਗੀ ਹੈ ਉਹ ਜਿਹੜੀ ਤੁਸੀਂ ਪਹਿਲਾਂ ਆਪਣੇ ਇੰਟਰੋ 'ਚ ਗੱਲ ਕੀਤੀ ਸੀਗੀ ਉਹ ਹੈਗੀ ਹੈ ਵੀ ਕੀ ਇਕੱਲੇ ਪੋਲੀਟੀਸ਼ੀਅਨ ਹੀ ਦਾਗਦਾਰ ਨੇ ਜਾਂ ਮਤਲਬ ਕਿ ਜਦੋਂ ਕਰਪਸ਼ਨ ਕੀਤੀ ਜਾ ਰਹੀ ਹੈ, ਜਿਸ ਟਾਈਮ ਦੀ ਇਹ ਪੋਰਸ਼ਨ ਲਿੱਤਾ 2016 ਤੋਂ ਲੈ ਕੇ 2022 ਤੱਕ ਦਾ, ਜਦੋਂ ਇਹ ਪੀਰੀਅਡ ਜਿਹੜਾ ਲਿੱਤਾ ਹੈ ਇਹਨਾਂ ਨੇ, ਉਹਦੇ 'ਚ ਕੀ ਉਹਨੇ ਐਜ਼ ਮਿਨਿਸਟਰ ਲਿੱਤਾ ਹੋਣਾ ਨਾ, ਜੋ ਵੀ ਕਰਪਸ਼ਨ ਕੀਤੀ ਉਹਨੇ ਐਜ਼ ਮਿਨਿਸਟਰ ਕੀਤੀ ਹੋਣੀ, ਤਾਂ ਕੀ ਉਹਦੇ 'ਚ ਕਿਸੇ ਵੀ IAS ਅਫਸਰ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ? ਉਹਨਾਂ ਨੇ ਕੀ ਆਪਣੇ ਡਾਈਸੈਂਟ ਨੋਟ ਲਿਖੇ ਹੋਏ ਨੇ ਵੀ ਜਿੱਥੇ ਕਰਪਸ਼ਨ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ ਮੈਂ ਇਦਾਂ ਦਾ ਨਹੀਂ ਹੋਣ ਦਊਂਗਾ, ਮਿਨਿਸਟਰ ਆਪਣੇ ਲੈਵਲ ਤੇ ਜੋ ਮਰਜ਼ੀ ਕਰਨਾ ਚਾਹਣ। ਅਗਰ ਉਹ ਤਾਂ ਕੀਤਾ ਹੋਇਆ ਫਿਰ ਤਾਂ ਠੀਕ ਹੈ, ਅਫਸਰਾਂ ਨੂੰ ਆਪਾਂ ਸਾਰਿਆਂ ਨੂੰ ਬਰੀ ਕਰੀਏ, ਤੇ ਜੇ ਨਹੀਂ ਕੀਤਾ ਹੋਇਆ ਤਾਂ ਕੀ ਅਫਸਰਾਂ ਦੀ ਵੀ ਕੋਈ ਜ਼ਿੰਮੇਵਾਰੀ ਬਣੇਗੀ ਕਿ ਨਹੀਂ ਬਣੇਗੀ? ਇੱਕ ਵੱਡਾ ਸਵਾਲ ਮੇਰਾ ਇਹ ਹੈ ਵੀ ਹਜੇ ਤੱਕ ਉਹ ਚੀਜ਼ ਕਿਉਂ ਨਹੀਂ ਦਿਖਾਈ ਗਈ, ਜਾਂ ਦਿਖਾਈ ਗਈ ਜਦੋਂ ਇੱਕੋ ਦੇ ਉੱਤੇ ਹੱਥ ਪਾਇਆ ਤਾਂ, ਔਰ ਜਿਹੜੀ ਉਹਨਾਂ ਦਾ ਇਕੱਠੇ ਹੋ ਕੇ ਉਹਨਾਂ ਨੇ ਅਟੈਕ ਕੀਤਾ ਫਿਰ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਦਾ, ਤੇ ਤੁਸੀਂ ਸਾਰੇ ਝੱਗ ਵਾਂਗੂ ਬੈਠ ਗਏ। ਇਹ ਖਾਸ
ਜਿਹੜੀ ਇਹ ਚੀਜ਼ਾਂ ਨੇ ਨਾ ਜੀ, ਇਹ ਤੁਹਾਡੀ ਨੀਅਤ ਤੇ ਸ਼ੱਕ ਪੈਦਾ ਕਰਦੀਆਂ ਨੇ। ਜਦੋਂ ਵੀ ਕੋਈ ਵਿਰੋਧੀ ਧਿਰ ਦਾ ਬੰਦਾ ਇਹ ਕਹਿੰਦਾ ਕਿ ਵੈਂਡੇਟਾ ਹੈ, ਤਾਂ ਫਿਰ ਲੱਗਦਾ ਕਿ ਵੈਂਡੇਟਾ ਹੈਗਾ। ਜੇ ਮੈਨੂੰ ਲੱਗਦਾ ਕਿ ਅੱਛਾ ਹੁੰਦਾ ਜੇ ਉਸ ਟਾਈਮ ਦੇ ਜਿਹੜੇ ਡਾਇਰੈਕਟਰ ਹੋਣਗੇ ਹੈਲਥ ਦੇ ਜਾਂ ਮੈਡੀਕਲ ਐਜੂਕੇਸ਼ਨ ਦੇ ਜਾਂ ਸੈਕਟਰੀ ਹੋਣਗੇ, ਅਗਰ ਉਹਨਾਂ ਨੂੰ ਵੀ ਪਕੜਿਆ ਜਾਂਦਾ ਵੀ ਇਹ ਤੁਹਾਡੀ ਵੀ ਇਨਵੋਲਵਮੈਂਟ ਹੈ, ਫਿਰ ਤਾਂ ਲੱਗਦਾ ਕਿ ਹਾਂ ਸਰਕਾਰ ਕਰਪਸ਼ਨ ਨੂੰ ਹੱਥ ਪਾ ਰਹੀ ਹੈ। ਹੁਣ ਏਦਾਂ ਲੱਗ ਰਿਹਾ ਜਿਵੇਂ ਸਰਕਾਰ ਇਕੱਲੇ ਪੋਲੀਟੀਸ਼ੀਅਨਾਂ ਨੂੰ ਦਾਗਦਾਰ ਕਰਨਾ ਚਾਹੁੰਦੀ ਹੈ, ਖਾਸ ਤੌਰ ਤੇ ਉਹ ਪੋਲੀਟੀਸ਼ੀਅਨ ਜਿਹੜੇ ਸੰਭਾਵੀ ਉਮੀਦਵਾਰ ਨੇ ਕਾਂਗਰਸ ਵੱਲੋਂ 2024 ਦੀ ਇਲੈਕਸ਼ਨ ਲੜਨ ਦੇ। ਤੁਸੀਂ ਦੇਖੋ, ਚਾਹੇ ਇਹ ਭਾਰਤ ਭੂਸ਼ਣ ਆਸ਼ੂ ਹੋਣ, ਚਰਨਜੀਤ ਚੰਨੀ ਹੋਣ, ਜਾਂ ਹੋਰ ਇਸ ਤਰ੍ਹਾਂ ਦੀ ਫੇਰਿਸਤ ਲੰਬੀ ਹੋ ਸਕਦੀ ਹੈ। ਸਾਰੇ ਦੇ ਸਾਰੇ ਉਹ ਲੋਕ ਨੇ ਜਿਨ੍ਹਾਂ ਤੋਂ ਸ਼ਾਇਦ ਪਾਰਟੀ ਨੂੰ ਡਰ ਵੀ ਆਉਂਦਾ ਹੋਵੇ ਵੀ ਇਹ ਇਹੋ ਜਿਹੇ ਲੋਕ ਤਾਂ ਘੱਟੋ ਘੱਟ ਹੈ ਜਿਨ੍ਹਾਂ ਕੋਲ ਆਪਣਾ ਵੋਟ ਬੈਂਕ ਹੈ। ਸੋਨੀ ਅੰਮ੍ਰਿਤਸਰ ਦੇ ਵਿੱਚ ਇੱਕ ਚੰਗਾ ਕੱਦ ਰੱਖਦੇ ਆ। ਮੈਂ ਉਹਨੂੰ ਇੰਡੀਪੈਂਡੈਂਟ ਵੀ ਜਿੱਤੇ ਹੋਏ ਦੇਖਿਆ, ਕਾਂਗਰਸ ਵੀ ਜਿੱਤੇ ਹੋਏ ਦੇਖਿਆ। ਮਤਲਬ ਠੀਕ ਹੈ ਕਿ ਇਸ ਬਾਰੇ ਹਾਰ ਗਏ ਤਾਂ ਕੋਈ ਗੱਲ ਨਹੀਂ, ਲੇਕਿਨ ਲਗਾਤਾਰ ਉਹ ਜਿੱਤ ਹੀ ਰਹੇ ਆ। ਅੰਮ੍ਰਿਤਸਰ ਤੋਂ ਹੀ ਜਿਹੜੇ ਹੈਗੇ ਪਾਰਲੀਮੈਂਟ ਦਾ ਇਲੈਕਸ਼ਨ ਵੀ ਜਦੋਂ ਲੜੇ ਹੈਗੇ ਆ ਨਵਜੋਤ ਸਿੱਧੂ ਦੇ ਖਿਲਾਫ, ਸਭ ਤੋਂ ਘੱਟ ਮਾਰਜਨ ਤੇ ਉਦੋਂ ਨਵਜੋਤ ਸਿੱਧੂ ਜਿੱਤੇ ਹੈ। ਸੋ ਤੁਸੀਂ ਦੇਖੋ ਵੀ ਉਹਨਾਂ ਦਾ ਵੀ ਕੱਦ ਘੱਟ ਹੈ। ਪਾਰਟੀ ਇਹ ਜਾਣਦੀ ਆਮ ਆਦਮੀ ਪਾਰਟੀ ਕਿ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਆਪਣਾ ਕੱਦ ਹੈਗਾ ਜਾਂ ਆਪਣਾ ਵੋਟ ਬੈਂਕ ਹੈਗਾ, ਉਹਨਾਂ ਨੂੰ ਤਾਂ ਡੈਮੇਜ ਕਰਨਾ ਹੀ ਪਏਗਾ। ਇਹੀ ਕੰਮ ਬੀਜੇਪੀ ਵੀ ਕਰ ਰਹੀ ਹੈ। ਜਦੋਂ ਈਡੀ ਦੀ ਗੱਲ ਭਾਸਕਰ ਸਾਹਿਬ ਕਰ ਰਹੇ ਸੀਗੇ, ਉਹ ਵੀ ਆਮ ਆਦਮੀ ਪਾਰਟੀ ਦੇ ਇਸੇ ਚੀਜ਼ਾਂ ਨੂੰ ਦਾਗਦਾਰ ਕਰ ਰਹੀ ਹੈ ਕਿ ਦਾਗਦਾਰ ਕਰ ਦੋ ਤਾਂ ਫਿਰ ਇਲੈਕਸ਼ਨ 'ਚ ਜਾਣਾ ਸੌਖਾ ਹੋ ਜਾਏਗਾ। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਪੋਲੀਟੀਕਲ ਤਾਂ ਮੈਨੂੰ ਲੱਗ ਹੀ ਰਿਹਾ ਵੀ ਹੈ ਹੀ ਹੈ ਇਹ। ਮੈਂ ਇਹ ਕਰਪਸ਼ਨ ਦੇ ਉੱਤੇ ਮੈਂ ਕੋਈ ਸਵਾਲ ਨਹੀਂ ਉਹਨਾਂ ਨੇ ਉਠਾ ਰਿਹਾ, ਮੈਂ ਪਰ ਇਹ ਕਹਿ ਰਿਹਾ ਵੀ ਨੀਅਤ ਦੇ ਉੱਤੇ ਥੋੜਾ ਮੈਨੂੰ ਸਵਾਲ ਹੈ ਕਿ ਆਈਐਸ ਅਧਿਕਾਰੀਆਂ ਨੂੰ ਕਿਉਂ ਨਹੀਂ ਨੱਪਿਆ ਜਾ ਰਿਹਾ ਕਿ ਉਹ ਬਿਲਕੁਲ ਬੇਦਾਗ ਨੇ, ਜਾਂ ਤਾਂ ਸਰਕਾਰ ਉਹਨਾਂ ਦੇ ਉਹਨਾਂ ਜਿਹੜੇ ਵੀ ਕੇਸਾਂ ਦੇ ਵਿੱਚ ਇਹਨਾਂ ਨੂੰ ਫਸਾਇਆ ਗਿਆ ਉਹਨਾਂ ਦੇ ਉੱਤੇ ਅਗਰ ਉਹਨਾਂ ਦੇ 2.5 ਸੈਂਟ ਨੋਟ ਨੇ ਤਾਂ ਫਿਰ ਉਹ ਪਬਲਿਕ ਕੀਤੇ ਜਾਣੇ ਚਾਹੀਦੇ ਨੇ। ਅਦਰਵਾਈਜ਼ ਇਹ ਲੱਗੂਗਾ ਕਿ ਇੱਕ ਪੂਰੀ ਕਾਰਵਾਈ ਜਿਹੜੀ ਹੈਗੀ ਹੈ ਉਹ ਜਾਣਬੁੱਝ ਕੇ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਮੌਜੂਦਾ ਚੀਫ ਵਰਿੰਦਰ ਕੁਮਾਰ, ਜਿਨ੍ਹਾਂ ਕੋਲ ਇੰਟੈਲੀਜੈਂਸ ਵੀ ਹੈ, ਬੜੇ ਸੁਹਿਰਦ ਬੰਦੇ ਆ ਔਰ ਬਹੁਤੀ ਵਾਰੀ ਉਹ ਮੈਰਿਟ ਦੇ ਉੱਤੇ ਅੱਗੇ ਵਧਦੇ ਆ, ਬਹੁਤਾ ਪ੍ਰਭਾਵ ਇਧਰੋਂ ਉਧਰੋਂ ਨਹੀਂ ਕਬੂਲਦੇ, ਇਹ ਸੁਣਿਆ ਜਾਂਦਾ। ਪਰ ਸਿਆਸਤ ਆਪਣੇ ਤਰੀਕੇ ਨਾਲ ਵਰਕ ਕਰਦੀ ਹੈ। ਹੁਣ ਜਿੱਥੋਂ ਤੱਕ ਸੁੰਦਰ ਸ਼ਾਮ ਅਰੋੜਾ ਦਾ ਸਵਾਲ ਹੈ, ਉਹਨਾਂ ਨੂੰ ਕਿਸੇ ਨੇ ਗੁੜ ਥੋੜੀ ਦਿੱਤਾ ਸੀ ਵੀ ਜਾ ਕੇ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦਿਓ। ਧਰਮਸੋਤ ਸਾਹਿਬ ਦੇ ਮਾਮਲੇ ਸਭ ਤੋਂ ਪਹਿਲਾਂ ਆਉਂਦੇ ਨੇ ਔਰ ਅਜੇ ਤੱਕ ਇਹ ਮੰਨਿਆ ਜਾਂਦਾ ਹੈ ਕਿ ਗੜਬੜੀਆਂ ਬੇਨਿਯਮੀਆਂ ਹੋਈਆਂ ਨੇ। ਜਦੋਂ ਤੁਸੀਂ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰਦੇ ਹੋ ਤੇ ਕਿੰਨਾ ਰੌਲਾ ਪਿਆ ਸੀਗਾ। ਸੋ ਮੈਨੂੰ ਲੱਗਦਾ ਕਿ ਕਰਪਸ਼ਨ ਦੇ ਕੇਸਿਸ ਦੇ ਵਿੱਚ ਵਿਜੀਲੈਂਸ ਨੇ ਹੁਣ ਤੱਕ ਜਿੰਨਾ ਕੰਮ ਕੀਤਾ ਬੜਾ ਬਿਹਤਰ ਕੀਤਾ ਹੈ। ਪਰ ਨਾਲ ਦੀ ਨਾਲ ਸਵਾਲ ਇਸ ਗੱਲ ਦਾ ਹੈ, ਜਿਵੇਂ ਤੁਸੀਂ ਉਠਾ ਰਹੇ ਹੋ, ਕਿ ਉਹ ਸਿਰਫ ਇੱਕ ਲਾਈਨ ਤੇ ਹੀ ਕਿਉਂ ਹੋਵੇ। ਭਾਸਕਰ ਸਾਹਿਬ, ਅਗਲੀ ਖਬਰ ਵੀ ਬਹੁਤ ਅਹਿਮ ਆ। ਇਹ ਖਬਰ ਉਹ ਖਬਰ ਹੈ ਜਿਹੜੀ ਖਬਰ ਦਿੱਲੀ ਨਹੀਂ ਪੰਜਾਬ ਦੇ ਦਿਲ ਨਾਲ ਜੁੜੀ ਹੈ, ਕਿਉਂਕਿ ਕੇਜਰੀਵਾਲ ਸਾਹਿਬ ਤੇ ਅਸਰ ਆਉਂਦਾ, ਨਾਲ ਹੀ ਸਾਡੇ ਮੁੱਖ ਮੰਤਰੀ ਤੇ ਵੀ ਆਉਂਦਾ ਹੈ। ਇਹਨਾਂ ਨੂੰ ਵੀ ਭੱਜਣਾ ਠੋਨੀ ਕਰਨੀ ਪੈਂਦੀ ਹੈ। ਸੋ ਉਹਨਾਂ ਦੇ ਲੱਗੇ ਨੇ 2-3 ਕੇਸ ਅੱਜ ਸੁਣਵਾਈ ਲਈ, ਔਰ ਉਧਰ ਕੱਲ ਉਹਨਾਂ ਨੇ ਹਰਿਆਣੇ 'ਚ ਵੀ ਧਮਾਲ ਪਾਈ ਹੈ। ਇੱਕ ਹੋਰ ਮਾਮਲਾ, ਸੈਂਸਿਟਿਵ ਮਾਮਲਾ ਹੈ ਕਿ ਕੱਲ ਦਿੱਲੀ ਦੇ ਐਲਜੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਤਾ, ਇੱਕ ਸਿਫਾਰਿਸ਼ ਕਰਤੀ ਹੈ ਕਿ ਜਿਹੜਾ ਗੁਜਰਾਤ ਵਾਲਾ ਮਕੋਕਾ ਟਾਈਪ ਹੈ ਨਾ, ਕੋਈ ਗੁਜਰਾਤ ਦਾ ਜਿਹੜਾ ਕਾਨੂੰਨ, ਉਹ ਇੱਥੇ ਦਿੱਲੀ 'ਚ ਲਾਗੂ ਕਰੋ ਵੀ ਜਿਹਨੂੰ ਮਰਜ਼ੀ ਫੜਿਆ ਤੇ ਜਾ ਸਕੇ। ਮੇਰੇ ਖਿਆਲ ਇਸੇ ਤਰ੍ਹਾਂ ਦਾ ਹੀ ਹੈ। ਸੋ ਇਹ ਦਿੱਲੀ ਵਾਲੇ ਮਾਮਲੇ ਇਕੱਠੇ ਬਹੁਤ ਕਾਲੀ ਦੇ ਵਿੱਚ ਕਲੱਬ ਕਰ ਦਿਓ। ਦਿੱਲੀ ਦੇ ਮਾਮਲਿਆਂ ਦਾ ਜ਼ਿਕਰ ਕਰੀਏ ਤੇ ਅੱਜ ਆਰਡੀਨੈਂਸ ਦੇ ਮੁੱਦੇ ਤੇ ਜਿਹੜਾ ਮਈ 11 ਨੂੰ ਰਾਹਤ ਮਿਲੀ ਸੀ ਦਿੱਲੀ ਸਰਕਾਰ ਨੂੰ 8 ਸਾਲ ਦੀ ਲੜਾਈ ਤੋਂ ਬਾਅਦ ਕਿ ਟ੍ਰਾਂਸਫਰ ਪੋਸਟਿੰਗ ਸਾਰੇ ਅਧਿਕਾਰੀਆਂ ਦਾ ਤੁਹਾਨੂੰ ਪੂਰੇ ਅਧਿਕਾਰ ਮਿਲ ਗਏ, ਔਰ ਹਜੇ ਹਫਤਾ ਨਹੀਂ ਹੋਇਆ ਸੀਗਾ ਔਰ ਮਈ 19 ਨੂੰ ਆਰਡੀਨੈਂਸ ਆ ਗਿਆ ਸੀ ਔਰ ਉਸ ਆਰਡੀਨੈਂਸ ਦੇ ਰਾਹੀਂ ਉਹ ਸਾਰੀ ਪਾਵਰਾਂ ਇੱਕ ਤਰੀਕੇ ਨਾਲ ਉਹ ਲੈਫਟੀਨੈਂਟ ਗਵਰਨਰ ਕੋਲ ਵਾਪਸ ਚਲੀ ਗਈ ਸੀ। ਉਸ ਆਰਡੀਨੈਂਸ ਦੀ ਛੁੱਟੀ ਖੁੱਲਣ ਤੋਂ, ਕੋਰਟ ਦੀ ਛੁੱਟੀਆਂ ਤੋਂ ਬਾਅਦ ਪਟੀਸ਼ਨ ਦਾਖਲ ਕੀਤੀ ਸੀ ਦਿੱਲੀ ਸਰਕਾਰ ਜਾਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਹੀ ਹੈ। ਉਹਦੀ ਸੁਣਵਾਈ ਅੱਜ ਹੈ। ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦਾ ਕੀ ਰੁਖ ਹੁੰਦਾ ਹੈ ਔਰ ਖਾਸ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈ ਚੰਦਰਚੂੜ, ਕਿ ਉਹ ਖੁਦ ਇਸ ਹੀਅਰਿੰਗ ਦੇ ਵਿੱਚ ਜਾਂ ਇਸ ਕੇਸ ਦੀ ਹੀਅਰਿੰਗ ਕਰਨਗੇ। ਇਹ ਸਾਰੀ ਗੱਲਾਂ ਦੇ ਉੱਤੇ ਅੱਜ ਨਜ਼ਰ ਬਣੀ ਹੋਏਗੀ ਕਿ ਦਿੱਲੀ ਦੀ ਸਰਕਾਰ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ, ਕਿਉਂਕਿ ਕੇਂਦਰ ਸਰਕਾਰ ਨੇ ਵੀ ਇਸ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਪਣੇ ਆਪ ਨੂੰ ਪਾਰਟੀ ਬਣਾਇਆ ਇਸ ਕੇਸ ਦੇ ਵਿੱਚ। ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਦਿੱਲੀ ਸਰਕਾਰ ਔਰ ਕੇਂਦਰ ਸਰਕਾਰ ਕਿਸ ਤਰ੍ਹਾਂ ਅੱਗੇ ਵਧਦੀ ਹੈ, ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ, ਲੋਕ ਸਭਾ ਦੇ ਵਿੱਚ, ਫਿਰ ਬਾਅਦ ਚੋਂ ਰਾਜ ਸਭਾ ਦੇ ਵਿੱਚ, ਜਿੱਥੇ ਆਮ ਆਦਮੀ ਪਾਰਟੀ ਪੂਰੀ ਲੜਨ ਦੀ ਤਿਆਰੀ ਕਰਨ ਵਾਸਤੇ ਕਈ ਸੂਬਿਆਂ ਦੇ ਦੌਰੇ ਕਰ ਚੁੱਕੀ ਹੈ ਲੜਾਈ ਉੱਥੇ ਤੱਕ ਪਹੁੰਚਦੀ ਹੈ ਜਾਂ ਫਿਰ ਸੁਪਰੀਮ ਕੋਰਟ ਤੋਂ ਹੀ ਕੋਈ ਰਾਹਤ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਦੀ ਸਰਕਾਰ ਨੂੰ ਮਿਲਦੀ ਹੈ, ਦੇਖਣ ਵਾਲੀ ਗੱਲ ਹੈਗੀ ਹੈ।
ਦੂਜਾ ਕੇਸ ਅੱਜ ਇੱਕ ਪੈਂਡਿੰਗ ਹੈ ਪਟਿਆਲਾ ਹਾਊਸ ਕੋਰਟ ਦੇ ਵਿੱਚ ਰਾਘਵ ਚੱਡਾ ਉਹਨਾਂ ਦਾ ਉਹ ਘਰ ਜਿਹੜਾ ਕਹਿੰਦੇ ਸੀ ਟਾਈਪ 7 ਮਿਲ ਗਿਆ, ਐਲੀਜੀਬਿਲਿਟੀ ਟਾਈਪ 5 ਦੀ ਸੀ, ਪਹਿਲੇ ਟਾਈਪ 7 ਦੇ ਦਿੱਤਾ ਗਿਆ, ਬਾਅਦ ਚ ਉਹਨੂੰ ਰੱਦ ਕਰ ਦਿੱਤਾ ਗਿਆ। ਉਸ ਰੱਦ ਕਰਨ ਦੇ ਫੈਸਲੇ ਦੇ ਖਿਲਾਫ ਰਾਘਵ ਚੱਡਾ ਉਹਨਾਂ ਕੋਰਟ ਗਏ ਸੀ, ਪਿੱਛੇ ਫਿਲਹਾਲ ਸਟੇ ਮਿਲਿਆ ਹੋਇਆ ਸੀ, ਪਰ ਅੱਜ ਉਸ ਮੁੱਦੇ ਦੇ ਉੱਤੇ ਸੁਣਵਾਈ ਪਟਿਆਲਾ ਹਾਊਸ ਕੋਰਟ ਦੇ ਵਿੱਚ ਹੈਗਾ। ਤੀਜਾ ਮਾਮਲਾ ਕੇਜਰੀਵਾਲ ਤੇ ਭਗਵੰਤ ਮਾਨ ਉਹਨਾਂ ਕੱਲ ਸੀਗੇ ਪੰਚਕੂਲਾ ਦੇ ਵਿੱਚ ਬਿਜਲੀ ਮਾਫ ਕਰਨ ਦੇ ਮੁੱਦੇ ਦੇ ਉੱਤੇ, ਯਾਨੀ ਜੇ ਉਹਨਾਂ ਦਾ ਕਹਿਣਾ ਸੀਗਾ ਹਰਿਆਣਾ ਦੇ ਲੋਕਾਂ ਨੂੰ ਜੇ ਅਸੀਂ ਦਿੱਲੀ ਦੇ ਵਿੱਚ ਬਿਜਲੀ ਮਾਫ ਕਰ ਸਕਦੇ ਹਾਂ, ਪੰਜਾਬ ਦੇ ਵਿੱਚ ਬਿਜਲੀ ਮਾਫ ਕਰ ਸਕਦੇ ਹਾਂ ਫ੍ਰੀ, ਯਾਨੀ 90% ਲੋਕਾਂ ਦੇ ਬਿਜਲੀ ਬਿੱਲ ਫ੍ਰੀ ਆ ਸਕਦੇ ਨੇ, ਤੇ ਹਰਿਆਣਾ ਦੇ ਵਿੱਚ ਕਿਉਂ ਨਹੀਂ? ਉਹਨਾਂ ਨੇ ਇਹਦਾ ਪੂਰਾ ਬਲੂਪ੍ਰਿੰਟ ਵੀ ਦਿੱਤਾ, ਇੱਕ ਗਾਰੰਟੀ ਦੇ ਤੌਰ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ਦੇ ਵਿੱਚ ਆਈ ਤੇ ਪੰਜਾਬ ਤੇ ਦਿੱਲੀ ਦੀ ਤਰਜ਼ ਦੇ ਉੱਤੇ ਤੁਹਾਨੂੰ ਫ੍ਰੀ ਬਿਜਲੀ ਦਿੱਤੀ ਜਾਏਗੀ। ਇਹ ਵਾਅਦਾ ਕੱਲ ਹਰਿਆਣਾ ਦੇ ਵਿੱਚ ਸੁੱਟਤਾ। ਉਸ ਸੁੱਟੇ ਹੋਏ ਵਾਅਦੇ ਤੋਂ ਕਿੰਨਾ ਕੁ ਰਿਸਪੌਂਸ ਆਉਂਦਾ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੂਗਾ। ਗੱਲ ਕਰੀਏ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਨੇ ਕੁਮਾਰ ਸਕਸੈਨਾ ਉਹਨਾਂ ਦੀ, ਗੁਜਰਾਤ ਦੇ ਵਿੱਚ ਇੱਕ ਐਕਟ ਹੈਗਾ, ਪਾਸਾ ਐਕਟ ਉਹਨੂੰ ਕਹਿੰਦੇ ਨੇ, ਪ੍ਰੀਵੈਂਸ਼ਨ ਆਫ ਐਂਟੀ ਸੋਸ਼ਲ ਐਕਟੀਵਿਟੀਜ਼ ਐਕਟ, 1985 ਦਾ ਐਕਟ ਹੈ, ਗੁਜਰਾਤ ਦੇ ਵਿੱਚ ਪਹਿਲੇ ਲੱਗਿਆ ਹੋਇਆ। ਉਸ ਐਕਟ ਦੀ ਤਰਜ਼ ਦੇ ਉੱਤੇ ਦਿੱਲੀ ਦੇ ਵਿੱਚ ਵੀ ਐਕਟ ਲਾਉਣ ਦੀ ਤਿਆਰੀਆਂ ਚੱਲ ਰਹੀ ਹੈ। ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਪ੍ਰਪੋਜ਼ਲ ਭੇਜ ਦਿੱਤਾ ਗਿਆ ਔਰ ਉੱਥੋਂ ਵੀ ਇਨ ਪ੍ਰਿੰਸੀਪਲ ਓਕੇ ਹੋ ਗਈ ਹੈ। ਹੁਣ ਇਸ ਐਕਟ ਦੇ ਉੱਤੇ ਹੋਮ ਅਫੇਅਰਸ ਦਾ ਕੀ ਡਿਸੀਜਨ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਪਰ ਇਸ ਐਕਟ ਦੀ ਲੋੜ ਕਿਉਂ ਪਈ? ਸਭ ਤੋਂ ਵੱਡੀ ਗੱਲ ਤੇ ਹੈਗੀ ਹੈ ਕਿ ਦਿੱਲੀ ਵਰਗੀ ਜਗ੍ਹਾ ਤੇ ਨੈਸ਼ਨਲ ਕੈਪੀਟਲ ਹੈ, ਜਿਹਦੇ ਵਿੱਚ ਪੁਲਿਸ ਦੇ ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਹੈ, ਉੱਥੇ ਇਸ ਐਕਟ ਦੀ ਕੀ ਲੋੜ ਪਈ? ਕਿ ਹੁਣ ਆਮ ਆਦਮੀ ਪਾਰਟੀ ਦੇ ਕਾਫੀ ਲੋਕਾਂ ਨੂੰ ਅੰਦਰ ਕਰਨ ਦੀ ਗੱਲ ਹੈ, ਕਿਉਂਕਿ ਜਦ ਦੀ ਅਸੀਂ ਖਬਰ ਦੀ ਸ਼ੁਰੂਆਤ ਕੀਤੀ ਸੀਗੀ, ਅਸੀਂ ਕਿਹਾ ਸੀ ਪੋਲੀਟੀਕਲ ਵਿੰਦਤਾ ਦੀ ਆਵਾਜ਼ ਜਾਂ ਗੁਹਾਰ ਕਾਂਗਰਸੀ ਲਗਾ ਰਹੇ ਨੇ ਪੰਜਾਬ ਦੇ ਵਿੱਚ, ਔਰ ਦਿੱਲੀ ਦੇ ਵਿੱਚ ਇਹੀ ਆਵਾਜ਼ ਆਮ ਆਦਮੀ ਪਾਰਟੀ ਦੇ ਲੀਡਰ ਲਾ ਰਹੇ ਨੇ, ਆਮ ਆਦਮੀ ਪਾਰਟੀ ਦੇ ਵਰਕਰ ਲਾ ਰਹੇ ਨੇ ਕਿ ਸਾਨੂੰ ਦਿੱਲੀ ਪੁਲਿਸ ਤੰਗ ਕਰਦੀ ਹੈ। ਉੱਥੇ ਹੁਣ ਇਹ ਐਕਟ ਲੱਗਣ ਤੋਂ ਬਾਅਦ ਕਿ ਰਿਸੀਵਿੰਗ ਐਂਡ ਤੇ ਆਮ ਆਦਮੀ ਪਾਰਟੀ ਦੇ ਲੀਡਰ ਹੋਣਗੇ, ਅੱਗੇ ਹੀ 2 ਵੱਡੇ ਉਹਨਾਂ ਦੇ ਲੀਡਰ ਮੰਤਰੀ ਅੰਦਰ ਕੀਤੇ ਹੋਏ ਨੇ। ਹੁਣ ਇਹ ਪਾਸਾ ਐਕਟ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਪ੍ਰਭਾਵਿਤ ਕਰੇਗਾ, ਇਹ ਵੀ ਗੱਲ ਆਉਣ ਵਾਲੇ ਟਾਈਮ ਵਿੱਚ ਹੀ ਦੇਖੀ ਲੱਗੀ। ਪਰ ਫਿਲਹਾਲ ਇਹ ਸਾਰੀ ਐਕਟੀਵਿਟੀ ਦਿੱਲੀ ਨੂੰ ਕੇਂਦਰਿਤ ਰੱਖ ਕੇ ਅੱਜ ਹੋਣ ਵਾਲੀ ਹੈ। ਜਿਸ ਤਰ੍ਹਾਂ ਆਰਡੀਨੈਂਸ ਦੀ ਗੱਲ ਕੀਤੀ ਹੈ, ਰਾਘਵ ਚੱਡਾ ਨੇ ਤੇ ਘਰ ਦੀ ਗੱਲ ਕੀਤੀ ਹੈ, ਲੈਫਟੀਨੈਂਟ ਗਵਰਨਰ ਦੇ ਇਹ ਪਾਸਾ ਐਕਟ ਦੀ ਰეკਮੈਂਡੇਸ਼ਨ ਦੀ ਗੱਲ ਕੀਤੀ ਹੈ, ਔਰ ਕੇਜਰੀਵਾਲ ਉਹਨਾਂ ਦੀ ਹਰਿਆਣਾ ਦੇ ਉੱਤੇ ਅੱਖ ਦੀ ਗੱਲ ਕੀਤੀ। ਇਹ ਤੁਸੀਂ ਬੜਾ ਕਾਲੀ ਚ ਅੱਜ ਤਾਂ ਕਮਾਲ ਕਰਤੀ ਭਾਸਕਰ ਸਾਹਿਬ। ਆਪਾਂ ਹੁਣ ਖਬਰਾਂ ਲਿਆ ਹੀ ਇਦਾਂ ਕਰਨੀਆਂ। ਇੰਦਰਪ੍ਰੀਤ ਜੀ ਇਦਾਂ ਹੀ ਲਓ। ਵੈਸੇ ਤਾਂ ਕਾਫੀ ਭਾਸਕਰ ਸਾਹਿਬ ਨੇ ਇਹ ਕਹਿ ਕੇ ਡਰਾ ਜੇ ਦਿੱਤਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਤੁਹਾਡੇ ਤੇ ਇਹਨਾਂ ਦੀ ਨਜ਼ਰ ਹੈ, ਪਰ ਕਾਂਗਰਸ ਤੇ ਵੀ ਹੋ ਸਕਦੀ। ਦਿੱਲੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਰਹਿੰਦੇ ਆ, ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਆ ਕੇ ਲੋਕ ਵਸੇ ਹੋਏ ਆ। ਸੋ ਦਿੱਲੀ ਦੇ ਵਿੱਚ ਲੀਡਰ ਬਹੁਤ ਨੇ। ਜਿੱਦਾਂ ਕਹਿੰਦੇ ਹੁੰਦੇ ਨਾ ਵੀ ਪੰਜਾਬ ਦੇ ਵਿੱਚ ਤਾਂ CBI ਨੂੰ ਬਣਨ ਤੋਂ ਨਾ, ਤੇ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਰਹਿੰਦੇ ਤਾਂ ਚੰਡੀਗੜ੍ਹ ਚੋਂ, ਜਿਨ੍ਹਾਂ ਤੇ ਨਜ਼ਰ ਆ ਚੰਡੀਗੜ੍ਹ ਚੋਂ ਕੋਠੀਆਂ ਹੁਣ ਹੌਲੀ ਹੌਲੀ ਲੋਕ ਪੰਜਾਬ ਵਾਲੇ ਪਾਸੇ ਰੱਖਣ ਲੱਗ ਪਏ। ਮੁਹਾਲੀ ਚ ਰਹਿ ਲਓ, ਨਿਊ ਚੰਡੀਗੜ੍ਹ ਚ ਰਹਿ ਲਓ, ਜੀਰਕਪੁਰ ਚ ਰਹਿ ਲਓ, ਪਰ ਉੱਥੇ ਪਾਣੀ ਆਣ ਵੜਦਾ। ਦੇਖੋ ਐਂਟੀ ਸੋਸ਼ਲ ਐਲੀਮੈਂਟਸ ਨੂੰ ਕਿੱਦਾਂ ਕਾਬੂ ਚ ਕਰਨਾ ਹੈ, ਇਹ ਤਾਂ ਐਕਟ ਸਿਰਫ ਸਖਤੀ ਹੀ ਹੋਏਗੀ। ਪਰ ਮੇਰਾ ਸਵਾਲ ਇੱਥੇ ਰੰਧਾਵਾ ਸਾਹਿਬ ਇੱਕ ਹੈ, ਜਿਹੜਾ ਆਪਾਂ ਇਹ ਇਸ਼ੂ ਭਾਸਕਰ ਸਾਹਿਬ ਨੇ ਵੀ ਕਿਹਾ ਵੀ ਇਸ ਐਕਟ ਦੀ ਲੋੜ ਕਿਉਂ ਹੈ। ਮੈਂ ਵੀ ਇਹੀ ਜਾਣਨਾ ਚਾਹੁੰਦਾ ਵੀ ਜੇ ਕੀ ਗੁਜਰਾਤ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟਸ ਇਸ ਐਕਟ ਦੇ ਲਾਗੂ ਰਹਿਣ ਕਰਕੇ ਖਤਮ ਹੋਏ ਪਏ ਨੇ ਜਾਂ ਉਤੇ ਹੈ ਨਹੀਂ ਹੈ, ਜਾਂ ਦਿੱਲੀ ਦੇ ਵਿੱਚ ਇਹ ਐਕਟ ਨਾ ਹੋਣ ਕਰਕੇ ਬਹੁਤ ਜ਼ਿਆਦਾ ਐਲੀਮੈਂਟਸ ਆਏ ਹੋਏ ਹੈ। ਸੋ ਦੇਖੋ ਕਾਨੂੰਨਾਂ ਦੀ ਰੰਧਾਵਾ ਸਾਹਿਬ ਤੁਹਾਨੂੰ ਵੀ ਪਤਾ ਹੈ ਕੋਈ ਕਮੀ ਨਹੀਂ ਹੈ ਸਾਡੇ ਸੰਵਿਧਾਨ ਦੇ ਵਿੱਚ। ਬਹੁਤ ਸਾਰੇ ਕਾਨੂੰਨ ਨੇ, IPC ਦੀਆਂ ਧਾਰਾਵਾਂ ਹੀ ਕਈ ਇਹੋ ਜਿਹੀਆਂ ਨੇ ਜਿਸ 'ਚ ਕੋਈ ਜ਼ਮਾਨਤਾਂ ਤੱਕ ਨਹੀਂ ਹੈ। ਸਵਾਲ ਇਹ ਹੈ ਵੀ ਇੰਪਲੀਮੈਂਟ ਕਿੰਨੇ ਕੁ ਨੇ, ਕੀ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ? ਸੇਮ ਹੀ ਐਕਟ ਚੰਡੀਗੜ੍ਹ ਦੇ ਵਿੱਚ ਨੇ। ਜਦੋਂ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਹਾਂ, ਸੇਮ ਹੀ ਐਕਟ ਜਿਹੜੇ ਹੈਗੇ ਨੇ ਉਹ ਪੰਜਾਬ 'ਚ ਨੇ। ਜਸਟ 5 ਕਿਲੋਮੀਟਰ ਆਪਾਂ ਸਰਹੱਦ ਟੱਪਦੇ ਹੀ ਮੋਹਾਲੀ ਜਦੋਂ ਵੜਦੇ ਹਾਂ ਤਾਂ ਸਭ ਕੁਝ ਖੁੱਲ ਜਾਂਦਾ ਹੈ। ਇੰਪਲੀਮੈਂਟੇਸ਼ਨ ਦੀ ਗੱਲ ਹੈ ਨਾ ਜੀ, ਸਵਾਲ ਤਾਂ ਇੰਪਲੀਮੈਂਟੇਸ਼ਨ ਦਾ। ਤੁਹਾਡੀ ਨੀਅਤ ਇੰਪਲੀਮੈਂਟ ਕਿੰਨੇ ਕਰਨ ਦੀ ਹੈ। ਜੇ ਤੁਸੀਂ ਨਹੀਂ ਕਰਨਾ ਤਾਂ ਜਿੰਨਾ ਮਰਜ਼ੀ ਸਖਤ ਐਕਟ ਕਰ ਲਿਆਓ, ਐਕਟਾਂ ਨਾਲ ਕਦੇ ਉਹ ਅਪਰਾਧ ਨਹੀਂ ਰੁਕਦੇ, ਇਹ ਐਕਟਾਂ ਨੂੰ ਇੰਪਲੀਮੈਂਟ ਕਰਨ ਵਾਲਾ ਅਪਰਾਧ ਰੁਕਦਾ। ਸੋ ਇੱਥੇ ਘਾਟਾਂ ਉਸੇ ਚੀਜ਼ ਦੀਆਂ ਨੇ। ਭਾਸਕਰ ਸਾਹਿਬ ਨੇ ਠੀਕ ਕਿਹਾ ਵੀ ਹੋ ਸਕਦਾ ਹੈ ਕਿ ਕੋਈ ਚੀਜ਼ਾਂ ਏਦਾਂ ਦੀਆਂ ਹੋਣ ਜਿਹਨੂੰ ਤੁਸੀਂ ਆਪਣੇ ਪੋਲੀਟੀਕਲ ਓਪੋਨੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਟਾਰਗੇਟ ਕਰੋ ਉਹਨਾਂ ਐਕਟਾਂ ਦੇ ਥਰੂ। ਇਸ ਤਰ੍ਹਾਂ ਦੇ ਪਹਿਲਾਂ ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਤੇ ਹਮੀਰ ਸਿੰਘ ਹੋਰਾਂ ਨੇ ਇੱਕ ਵਾਰੀ ਸਟੋਰੀ ਕੀਤੀ ਸੀ ਜਦੋਂ 4 ਐਕਟ ਇਕੱਠੇ ਆਏ ਸੀ। ਉਹ 4 ਐਕਟ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਉਦੋਂ ਵਿਧਾਨ ਸਭਾ ਦੇ ਓਪੋਜੀਸ਼ਨ 'ਚ ਸੀ, ਉਦੋਂ ਬਾਲ ਸਾਹਿਬ ਲੈ ਕੇ ਆਏ ਸੀਗੇ। ਉਹ ਜੇ 4 ਐਕਟਾਂ ਨੂੰ ਤੁਸੀਂ ਅਲੱਗ-ਅਲੱਗ ਦੇਖੋ ਨਾ ਤਾਂ ਲੱਗਦਾ ਸੀ ਬੜੇ ਵਧੀਆ ਐਕਟ ਨੇ, ਵੀ ਜੇ ਕੋਈ ਪ੍ਰਾਪਰਟੀ ਡੈਮੇਜ ਕਰ ਦਿੰਦਾ ਹੈ ਤਾਂ ਉਹਨੂੰ ਅੰਦਰ ਕਰ ਸਕਦੇ ਆ। ਇਸ ਤਰ੍ਹਾਂ 4 ਐਕਟ ਸੀਗੇ, ਪਰ ਜਦੋਂ ਤੁਸੀਂ ਉਹ 4 ਨੂੰ ਇਕੱਠੇ ਕਰਕੇ ਦੇਖਦੇ ਸੀਗੇ ਤਾਂ ਉਹ ਐਕਟ ਇੰਨੇ ਕੁ ਡੇਂਜਰਸ ਹੋ ਜਾਂਦੇ ਸੀਗੇ
ਕਿ ਤੁਸੀਂ ਹਿੱਲ ਵੀ ਨਹੀਂ ਸੀ ਸਕਦੇ। ਸੋ ਜਦੋਂ ਅਸੀਂ ਇਹ ਚੀਜ਼ਾਂ ਦੇ ਉੱਤੇ ਕੰਮ ਪੜਿਆ ਉਹਨਾਂ ਐਕਟਾਂ ਨੂੰ, ਕਿਉਂਕਿ ਉਦੋਂ 1-2 ਦਿਨ ਪਹਿਲਾਂ ਬਿੱਲ ਆ ਜਾਂਦੇ ਹੁੰਦੇ ਸੀ, ਹੁਣ ਤਾਂ ਦਿੰਦਾ ਹੀ ਨਹੀਂ ਕੋਈ ਬਿੱਲ, ਉਦੋਂ 1-2 ਦਿਨ ਪਹਿਲਾਂ ਆ ਜਾਂਦੇ ਹੁੰਦੇ ਸੀ ਬਿੱਲ। ਤਾਂ ਬਿੱਲ ਜਦੋਂ ਪੜ੍ਹੇ ਤਾਂ ਲੱਗਿਆ ਵੀ ਯਾਰ ਇਹ ਤਾਂ ਇੰਨੇ ਕੁ ਖਤਰਨਾਕ ਨੇ, ਜੇ ਕਿਤੇ ਲਾਗੂ ਹੋ ਗਏ ਤਾਂ ਪੰਜਾਬ 'ਚ ਤਾਂ ਬਹੁਤ ਤਰਾਹੀ ਹੋ ਜਾਣੀ ਹੈ। ਔਰ ਬਾਕੀ ਇਹ ਹੋਇਆ ਕਿ ਉਦੋਂ ਸਾਰੇ ਦਾ ਇੰਨਾ ਵਿਰੋਧ ਹੋਇਆ ਕਿ ਇਹਨਾਂ ਨੂੰ ਰੋਕਣਾ ਪਿਆ, ਸਿਲੈਕਟ ਕਮੇਟੀਆਂ ਨੂੰ ਦੇਣੇ ਪਏ, ਲੇਕਿਨ ਉਸ ਤੋਂ ਬਾਅਦ ਇਹ ਫਿਰ ਚੱਲੇ ਨਹੀਂ। ਸੋ ਇੱਥੇ ਵੀ ਇਹੀ ਹੈ ਰੰਧਾਵਾ ਸਾਹਿਬ, ਪ੍ਰੋਬਲਮ ਇਹ ਹੋ ਰਹੀ ਹੈ ਕਿ ਅਸੀਂ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਦੇਖ ਕੇ ਐਕਟ ਲੈ ਕੇ ਆ ਰਹੇ ਹਾਂ, ਨਾ ਕਿ ਸਮਾਜ ਦੀ ਜ਼ਰੂਰਤ ਨੂੰ ਦੇਖ ਕੇ ਐਕਟ ਲੈ ਕੇ ਆ ਰਹੇ ਹਾਂ। ਨਾਮ ਜ਼ਰੂਰ ਹੁੰਦਾ ਹੈ ਕਿ ਅਸੀਂ ਇਹ ਸਮਾਜ ਦੀ ਜ਼ਰੂਰਤ ਹੈ, ਪਰ ਜੇ ਜ਼ਰੂਰਤ ਹੈ ਉਹਦੇ ਲਈ ਤਾਂ ਫਿਰ ਐਕਟ ਹੈਗੇ ਨੇ ਔਰ ਉਸ ਤੇ ਤੁਸੀਂ ਇੰਪਲੀਮੈਂਟ ਕਰੋ, ਅਪਰਾਧ ਤਾਂ ਉੱਥੇ ਵੀ ਰੁਕ ਸਕਦਾ ਹੈ। ਪਰ ਜਦੋਂ ਤੁਸੀਂ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਕੰਮ ਕਰਨ ਦੇ ਉੱਤੇ ਪਕੜਨਾ ਹੈ, ਫਿਰ ਤੋਂ ਦਿੱਕਤ ਹੈ। ਜਿਵੇਂ ਆਪ ਮੋਟੇ ਜਿਹੀ ਉਦਾਹਰਣ ਆਪਾਂ ਹੁਣੀ ਹਜੇ ਡਿਸਕਸ ਕਰਕੇ ਹਟੇ ਹਾਂ ਕਰਪਸ਼ਨ ਐਕਟ ਦੀ। ਸਾਰੇ ਮੰਤਰੀ ਜਿੰਨੇ ਨੇ ਤੁਸੀਂ ਦੇਖੋ ਉਹ ਫੜੇ ਗਏ ਨੇ ਕਰਪਸ਼ਨ ਐਕਟ ਦੇ ਵਿੱਚ। ਕਰਪਸ਼ਨ ਐਕਟ ਦੇ ਵਿੱਚ ਸਭ ਪਤਾ ਹੈ ਵੀ ਉਹ ਨਿਕਲ ਜਾਣਗੇ। ਤਾਂ ਕਾਰਵਾਈ ਕਿਹੜੀ ਹੋ ਰਹੀ ਹੈ? ਆਮਦਨ ਤੋਂ ਜ਼ਿਆਦਾ ਸਰੋਤਾਂ ਦੇ ਉੱਤੇ। ਆਮਦਨ ਤੋਂ ਜ਼ਿਆਦਾ ਸਰੋਤ ਉਹਨਾਂ ਨੂੰ ਦੱਸਣੇ ਪੈਣੇ, ਉਸ ਤੇ ਕਿਸੇ ਤੇ ਵੀ ਕਾਰਵਾਈ ਕਰ ਸਕਦੇ ਹੋ ਤੁਸੀਂ। ਕੋਈ ਵੀ ਇਹੋ ਜਿਹਾ ਨਹੀਂ ਹੋਊਗਾ, ਚਾਹੇ ਕਿਸੇ ਵੀ ਬੰਦੇ ਨੂੰ ਪਕੜ ਲਓ, ਉਹਦੇ ਕੋਲੇ ਆਮਦਨ ਤੋਂ ਜ਼ਿਆਦਾ ਸਰੋਤ ਹੋਣਗੇ ਹੀ, ਕਿਉਂਕਿ ਸਾਡਾ ਸਿਸਟਮ ਹੀ ਜਿਹੜਾ ਇਕਨੋਮੀ ਦਾ ਇੱਥੇ ਚੱਲ ਰਿਹਾ ਉਹ ਹੈ ਹੀ ਇਹ ਹੈ ਕਿ ਇਕਨੋਮੀ ਸਾਡੀ 2 ਨੰਬਰ ਦੀ ਕਮਾਈ ਦੇ ਉੱਤੇ ਹੀ ਚੱਲ ਰਹੀ ਹੈ। 1 ਨੰਬਰ ਤੇ ਤਾਂ ਸਾਡਾ ਹੈ ਹੀ ਨਹੀਂ। ਜੇ 1 ਨੰਬਰ ਤੇ ਹੋ ਗਿਆ ਤਾਂ ਸਾਡੀ ਤਾਂ ਇਕਨੋਮੀ ਕਲੈਸ਼ ਹੋ ਜਾਣੀ ਹੈ, ਤਾਂ ਮੈਂ ਕਲਾਸ ਹੋ ਜਾਣੀ ਹੈ। ਤਾਂ ਮੈਂ ਇਸੇ ਉਸ ਤੇ ਕਰ ਰਿਹਾ ਵੀ ਜਿਹੜੀ ਚੀਜ਼ ਓਪੋਨੈਂਟਸ ਨੂੰ ਕਾਬੂ ਕਰਨ ਚ ਆ ਰਹੀ ਹੈ ਨਾ, ਉਹੀ ਚੀਜ਼ ਲਿਆਤੀ ਜਾ ਰਹੀ ਹੈ। ਨਾਮ ਜ਼ਰੂਰ ਦੂਜਿਆਂ ਦੇ ਹੋ ਰਹੇ ਆ। ਕਰਪਸ਼ਨ ਐਕਟ ਨਾ ਕਹੋ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਕਹੋ। ਕਰਪਸ਼ਨ ਐਕਟ ਤੁਸੀਂ ਕਹਿੰਦੇ ਹੋ, ਏਦਾਂ ਲੱਗਦਾ ਵੀ ਕਰਪਸ਼ਨ ਵਾਸਤੇ ਕੋਈ ਐਕਟ ਬਣਾਇਆ। ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਿਹਦੇ ਚ ਚੱਕਰ ਹੀ ਸੋਨੀ ਸਾਹਿਬ ਤੁਸੀਂ ਭਾਵਨਾ ਨੂੰ ਸਮਝੋ। ਨਾ ਭਾਵਨਾ ਤੇ ਜਾਂਦੇ ਆ। ਤੁਸੀਂ ਉੱਥੇ ਇੱਕ ਹੋਰ ਗੱਲ ਕਹਿ ਰਹੇ ਹੋ ਵੀ ਆਮਦਨ ਤੋਂ ਵੱਧ ਸਰੋਤ, ਆਮਦਨ ਤੋਂ ਵੱਧ ਜਾਇਦਾਦ, ਸਰੋਤਾਂ ਤੋਂ ਵੱਧ ਜਾਇਦਾਦ। ਇਹ ਵੀ ਇੱਕ ਆਪਾਂ ਦਰੁਸਤ ਕਰ ਲਈਏ। ਵੈਸੇ ਜਦੋਂ ਇੱਥੇ ਪਕੋਕਾ ਲਿਆਉਣ ਲੱਗੇ ਸੀ, ਇਹ ਸਰਕਾਰ ਦੇ ਆਉਂਦਿਆਂ ਇੱਕ ਵਾਰੀ ਗੱਲ ਚੱਲੀ ਸੀ ਤੇ ਬਹੁਤ ਸਾਰੇ ਅਧਿਕਾਰੀ ਉਦੋਂ ਫਿਕਰਮੰਦ ਹੋਏ ਸੀ ਕਿ ਗੱਲ ਕਾਨੂੰਨ ਲਿਆਉਣ ਦੀ ਨਹੀਂ, ਉਹਦੀ ਦੁਰਵਰਤੋਂ ਦੀ ਹੈ, ਵਰਤੋਂ ਦੀ ਨਹੀਂ ਹੈ, ਦੁਰਵਰਤੋਂ ਦੀ ਹੈ। ਮਾਮਲਾ ਸਭ ਤੋਂ ਉੱਥੇ ਫਸ ਜਾਂਦਾ ਆ ਕੇ। ਪਰ ਵੈਸੇ ਇੰਦਰਪ੍ਰੀਤ ਜੀ, ਤੁਹਾਡੀ ਨਾ ਪੱਗ ਦੇ ਉੱਤੇ ਇੱਕ ਮੱਖੀ ਬੈਠੀ, ਮੇਰਾ ਧਿਆਨ ਬਾਰ-ਬਾਰ ਉੱਥੇ ਜਾਂਦਾ। ਪਹਿਲਾਂ ਇਹਨੂੰ ਉਡਾਓ, ਫਿਰ ਮੈਂ ਅੱਗੇ ਚੱਲਦਾ। ਹਾਂ, ਹੁਣ ਠੀਕ ਹੈ। ਭਾਸਕਰ ਸਾਹਿਬ, ਆਪਾਂ ਫੋਕਸ ਨਹੀਂ ਸ਼ਿਫਟ ਹੋਣ ਦੇਣਾ, ਇਹ ਧਿਆਨ ਰੱਖਣਾ ਹੈ। ਇਸੇ ਕਰਕੇ ਮੈਂ ਮੱਖੀ ਉਡਾਈ, ਅਦਰਵਾਈਜ਼ ਸਾਡਾ ਧਿਆਨ ਮੱਖੀ ਤੇ ਰਹਿਣਾ ਤੇ ਸਿਆਸਤਦਾਨਾਂ ਵੱਲੋਂ ਸ਼ਿਫਟ ਹੋ ਜਾਣਾ। ਮੈਂ ਤੁਹਾਡੇ ਕੋਲ ਲਿਆਉਣਾ। ਵੈਸੇ ਜਿਹੜੀਆਂ ਕੇਂਦਰੀ ਸੱਤਾ ਹੁੰਦੀਆਂ ਨਾ, ਇਹ ਸਮੇਂ-ਸਮੇਂ ਤੇ ਰੰਗ ਸਰੂਪ ਬਦਲ ਕੇ ਨਾ ਤੇ ਸਟੇਟਾਂ ਦੇ ਵਿੱਚ ਜਿੰਨੇ ਸਿਆਸਤਦਾਨ ਹੈ, ਸੱਤਾਧਾਰੀ, ਉਹਨਾਂ ਨੂੰ ਡਰਾਉਂਦੀਆਂ ਰਹਿੰਦੀਆਂ। ਕਦੇ ਝੱਟ ਸਰਕਾਰ ਤੋੜ ਦਿੰਦੇ ਹੁੰਦੇ ਸੀ, ਅੱਜ ਕੱਲ ਲੋੜ ਨਹੀਂ ਪੈਂਦੀ। ਅੱਜ ਕੱਲ ਤਲਵਾਰ ਲਟਕਾ ਕੇ ਰੱਖਦੇ ਆ, ਹੁਣ ਡਿੱਗੀ। ਸੋ ਗਵਰਨਰ ਬੜੇ ਪਾਵਰਫੁਲ ਆ। ਮੈਨੂੰ ਉਹ 2 ਰਾਜਾਂ ਦੀ ਵਿਥਿਆ ਸੁਣਾਓ। ਇੱਕ ਦੇ ਵਿੱਚ ਤਾਂ ਮੁੱਖ ਮੰਤਰੀ ਲਿਖ ਰਹੇ ਨੇ ਰਾਸ਼ਟਰਪਤੀ ਨੂੰ, ਉਹ ਸਾਡਾ ਖਹਿੜਾ ਛਡਾਓ, ਤੇ ਦੂਜੇ ਬੰਨੇ ਜਿਹੜੇ ਰਾਜਪਾਲ ਨੇ ਉਹ ਆਪਣੇ ਮੁੱਖ ਮੰਤਰੀ ਦੇ ਖਿਲਾਫ ਕੇਂਦਰ ਨੂੰ ਅੱਜ ਆ ਰਹੇ ਨੇ ਕਿ ਆਹ ਵੇਖ ਲਓ ਜੀ, ਆਹ ਰਿਪੋਰਟ ਮੈਂ ਲੈ ਕੇ ਆਇਆ, ਕੀ ਹੋ ਰਿਹਾ ਜੀ, ਤੁਸੀਂ ਕੁਝ ਕਰੋ ਜੀ। ਸੋ ਇਹ ਦੋਵੇਂ ਚੀਜ਼ਾਂ, ਦੋਵੇਂ ਤਸਵੀਰਾਂ ਨੂੰ ਮੈਂ ਬਿਲਕੁਲ ਵਿਪਰੀਤ ਉਲਟ ਦੇਖ ਰਿਹਾ, ਪਰ ਇਹ ਬਣ ਤੇ ਰਹੀ ਹੈ ਨਾ ਤਸਵੀਰ। ਦੇਖੋ, ਬਿਲਕੁਲ ਬਣ ਰਹੀ ਹੈ ਤਸਵੀਰ। ਔਰ ਤਮਿਲਨਾਡੂ ਦੇ ਮੁੱਖ ਮੰਤਰੀ ਦੀ ਤੁਸੀਂ ਗੱਲ ਕਰ ਰਹੇ ਹੋ, MK ਸਟਾਲਿਨ, ਉਹਨਾਂ ਨੇ ਕੱਲ ਇੱਕ ਚਿੱਠੀ ਲਿਖੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹਨਾਂ ਨੂੰ, ਔਰ ਕੰਪਲੇਂਟ ਕੀਤੀ ਰਵੀ ਸਾਹਿਬ ਜਿਹੜੇ ਗਵਰਨਰ ਹੈਗੇ ਨੇ ਉੱਥੇ ਦੇ। ਕਹਿੰਦੇ ਨੇ ਇਹ ਤਮਿਲਨਾਡੂ ਦੇ ਵਿੱਚ ਨਫ਼ਰਤ ਫੈਲਾ ਰਹੇ ਨੇ ਔਰ ਤਮਿਲਨਾਡੂ ਦੇ ਕਲਚਰ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਰਵੀ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਕਿ ਬਾਲਾ ਜੀ ਨੂੰ ਤੁਰੰਤ ਪ੍ਰਭਾਵ ਤੋਂ ਮੈਂ ਡਿਸਮਿਸ ਕਰਨ ਦੇ ਆਰਡਰ ਕਰਦਾ, ਔਰ 2-4 ਘੰਟੇ ਬਾਅਦ ਹੀ ਉਸ ਆਰਡਰ ਨੂੰ ਹੋਲਡ ਕਰ ਲਿੱਤਾ ਗਿਆ ਸੀ, ਔਰ ਅੱਜ ਤੱਕ ਹੋਲਡ ਹੀ ਹੈ। ਕਾਰਨ ਕਿ ਗਵਰਨਰ ਸਾਹਿਬ ਕੋਲ ਇਹ ਪਾਵਰ ਨਹੀਂ ਹੈ। ਜਦ ਗਵਰਨਰ ਸਾਹਿਬ ਨੇ ਬਾਲਾ ਜੀ ਨੂੰ ਡਿਸਮਿਸ ਕੀਤਾ ਸੀਗਾ, ਉਸ ਟਾਈਮ ਉਹਨਾਂ ਐਕਟ, ਉਹਨਾਂ ਆਰਟੀਕਲ, ਉਹਨਾਂ ਕਲੌਜ਼ਸ ਦਾ ਵੀ ਹਵਾਲਾ ਦਿੱਤਾ ਸੀ ਵੀ ਇਹਨਾਂ ਕਲੌਜ਼ਸ ਦੇ ਰਾਹੀਂ ਮੇਰੇ ਕੋਲ ਪਾਵਰ ਹੈ। ਫਿਰ ਕੀ ਕਾਰਨ ਹੈ ਕਿ ਉਹਨਾਂ ਨੂੰ ਬਾਅਦ ਚੋਂ ਆਪਣੇ ਹੀ ਦਿੱਤੇ ਹੋਏ ਆਰਡਰ ਨੂੰ ਕੈਂਸਲ ਕਰਨਾ ਪਿਆ? ਇਹ ਮੁੱਦਾ ਹੁਣ ਰਾਸ਼ਟਰਪਤੀ ਦੇ ਦਰਬਾਰ ਦੇ ਵਿੱਚ ਚਲਾ ਗਿਆ ਔਰ ਸਟਾਲਿਨ ਉਹਨਾਂ ਨੇ ਤਮਿਲਨਾਡੂ ਦੇ ਵਿੱਚ ਨਫ਼ਰਤ ਫੈਲਾਉਣ ਦਾ ਆਰੋਪ ਉਹ ਲਾਤਾ। ਔਰ ਖਾਸ ਕਰਕੇ ਬਾਲਾ ਜੀ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਇੱਕ ਖਾਸ ਗੱਲ ਲਿਖੀ ਹੈ। ਉਹ ਕਹਿੰਦੇ ਨੇ ਹਜੇ ਈਡੀ ਨੇ ਬਾਲਾ ਜੀ ਉਹਨਾਂ ਨੂੰ ਅਰੈਸਟ ਹੀ ਕੀਤਾ ਸੀਗਾ ਤੇ ਰਵੀ ਸਾਹਿਬ ਨੇ ਉਹਨਾਂ ਨੂੰ ਡਿਸਮਿਸ ਕਰਤਾ। ਹਾਲਾਂਕਿ ਪਿਛਲੀ ਸਰਕਾਰਾਂ AIADMK ਦੀ ਕਈ ਮੰਤਰੀਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਦੀ ਪਰਮਿਸ਼ਨ ਮੰਗੀ ਗਈ ਹੈ ਇਹਨਾਂ ਤੋਂ, ਉਹਨਾਂ ਦੀ ਅਰੈਸਟ ਤੋਂ ਬਾਅਦ, ਉਹ ਅੱਜ ਤੱਕ ਨਹੀਂ ਦਿੱਤੀ। ਤੇ ਇਸ ਕਰਕੇ ਇਹ ਡਿਸਕ੍ਰਿਮੀਨੇਸ਼ਨ ਤੇ ਸਾਫ਼ ਨਜ਼ਰ ਆਉਂਦਾ ਹੈ। ਪੋਲੀਟੀਕਲ ਐਸਪੀਰੇਸ਼ਨ ਵੀ ਗਵਰਨਰ ਸਾਹਿਬ ਦੀ ਸਾਫ਼ ਨਜ਼ਰ ਆਉਂਦੀ ਹੈ ਔਰ ਇਹ ਇੱਕ ਚੀਪ ਪੋਲਿਟਿਕਸ
ਦਾ ਇੱਕ ਐਕਟੀਵਿਟੀ ਉਹ ਵੀ ਸਾਫ਼ ਨਜ਼ਰ ਆਉਂਦੀ ਹੈ। ਤੇ ਇਸ ਲਈ ਇਹਨਾਂ ਗਵਰਨਰ ਸਾਹਿਬ ਨੂੰ ਕਿਸੇ ਹੋਰ ਜਗ੍ਹਾ ਟ੍ਰਾਂਸਫਰ ਕਰ ਦਿਓ ਜਾਂ ਘੱਟ ਤੋਂ ਘੱਟ ਤਮਿਲਨਾਡੂ ਤੋਂ ਹਟਾ ਦਿਓ। ਇਦਾਂ ਦੀ ਚਿੱਠੀ ਹੁਣ ਸਟਾਲਿਨ ਸਾਹਿਬ ਨੇ ਮੁਰਮੂ ਮੈਡਮ ਨੂੰ ਜਾਂ ਰਾਸ਼ਟਰਪਤੀ ਨੂੰ ਲਿਖਤੀ ਹੈ। ਦੂਜੀ ਗੱਲ ਕਰੀਏ ਆਪਾਂ ਉਹ ਜਿਹੜੇ ਵੈਸਟ ਬੰਗਾਲ, ਉੱਥੇ ਵੀ ਗਵਰਨਰ ਸਾਹਿਬ ਦਾ ਤੇ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੰਗਾ ਪਿਆ ਰਹਿੰਦਾ। ਹੁਣ ਪੰਗਾ ਪੈ ਗਿਆ, ਸ਼ਨੀਵਾਰ ਨੂੰ ਉੱਥੇ ਪੰਚਾਇਤ ਇਲੈਕਸ਼ਨ ਹੋਏ, 20 ਤੋਂ ਵੱਧ ਮੌਤਾਂ ਹੋ ਗਈਆਂ ਔਰ ਕਾਫੀ ਸਾਰੀ ਵਾਇਲੈਂਸ ਹੋਈ। ਔਰ ਇਸ ਤੋਂ ਪਹਿਲੇ ਜਦ ਪਿਛਲੀ ਵਾਰ ਵੀ ਇਲੈਕਸ਼ਨ ਹੋਇਆ ਸੀ ਤਦ ਵੀ ਵਾਇਲੈਂਸ ਹੋਈ ਤੇ ਗਵਰਨਰ ਸਾਹਿਬ ਕੱਲ ਦਿੱਲੀ ਪਹੁੰਚ ਗਏ ਨੇ ਔਰ ਉਹਨਾਂ ਨੇ 에ਅਰਪੋਰਟ ਤੇ ਪੱਤਰਕਾਰਾਂ ਨੂੰ ਦੱਸਿਆ ਤਾਜ਼ੀ ਹਵਾ ਲੈਣ ਮੈਂ ਦਿੱਲੀ ਚਲਿਆ, ਇੱਥੇ ਦੀ ਹਵਾ ਦੂਸ਼ਿਤ ਹੋ ਗਈ ਹੈ। ਔਰ ਹੁਣ ਉਹ ਅੱਜ ਜਦ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅਮਿਤ ਸ਼ਾਹ ਉਹਨਾਂ ਨੂੰ ਮਿਲਣਗੇ ਤੇ ਇੱਕ ਰਿਪੋਰਟ ਸੌਂਪਣ ਦੀ ਵੀ ਗੱਲ ਚੱਲ ਰਹੀ ਹੈ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਉਹ ਵੈਸਟ ਬੰਗਾਲ ਦੇ ਵਿੱਚ ਬਿਲਕੁਲ ਠੀਕ ਨਹੀਂ ਹੈ। ਔਰ ਇੱਥੇ ਤੱਕ ਕਿ BSF ਜਿਹਦੀ ਡਿਊਟੀ ਲਾਈ ਗਈ ਸੀ ਫ੍ਰੀ ਐਂਡ ਫੇਅਰ ਇਲੈਕਸ਼ਨ ਲਾਉਣ ਵਾਸਤੇ, ਉਹਨਾਂ ਦੀ ਵੀ ਕੁਝ ਸਟੇਟਮੈਂਟਸ ਆਈ ਹੈ ਕਿ ਸਾਨੂੰ ਤੇ ਦੱਸਿਆ ਹੀ ਨਹੀਂ ਗਿਆ ਕਿ ਕਿਹੜੇ ਬੂਥ ਸੈਂਸਿਟਿਵ ਹੈ ਔਰ ਜਿੱਥੇ ਵਾਇਲੈਂਸ ਹੋਈ ਸਾਡੀ ਉੱਥੇ ਡਿਊਟੀ ਨਹੀਂ ਲਾਈ ਗਈ। ਇਸ ਤਰ੍ਹਾਂ ਦੀ ਗੱਲਾਂ ਦੇ ਵਿੱਚ ਇੱਕ ਰਿਪੋਰਟ ਦੇ ਨਾਲ ਜਦ ਅਮਿਤ ਸ਼ਾਹ ਉਹਨਾਂ ਨੂੰ ਅੱਜ ਮਿਲਣਗੇ ਕਿ ਉੱਥੇ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਏਗਾ। ਇਹ ਸਵਾਲ ਵੈਸਟ ਬੰਗਾਲ ਦੀ ਜਨਤਾ ਦੇ ਵਿੱਚ, ਪੋਲੀਟੀਸ਼ੀਅਨਸ ਦੇ ਵਿੱਚ ਔਰ ਦਿੱਲੀ ਦੇ ਦਰਬਾਰ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਹੁਣ ਅੱਗੇ ਕੀ, ਦੇਖੋ ਕੀ ਹੁੰਦਾ ਅੱਗੇ। CV ਆਨੰਦ ਬੋਸ ਹੁਣ ਜਿਹੜੇ ਹੈ ਹੀ ਆਨੰਦਮਈ ਤਾਂ ਰਹਿਣੇ ਚਾਹੀਦੇ ਆ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਨਾ ਰਾਸ਼ਟਰਪਤੀ ਰਾਜ ਪ੍ਰੈਜ਼ੀਡੈਂਟ ਰੂਲ ਔਖਾ ਹੈ, ਹੁਣ ਉਹ ਦੌਰ ਨਹੀਂ ਰਹੇ ਔਰ ਬੀਜੇਪੀ ਨੂੰ ਬਹੁਤ ਭਾਰੀ ਬਹੁਸੰਮਤੀ ਰਾਜ ਸਭਾ 'ਚ ਹੈ ਨਹੀਂ। ਤੀਜੀ ਗੱਲ ਉਹ ਇਲੈਕਸ਼ਨ ਫੇਸ ਕਰਨ ਜਾ ਰਹੇ ਆ ਤੇ ਉਹਨਾਂ ਦਾ ਏਜੰਡਾ ਇਹ ਹੈ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚੋਂ ਕਾਫੀ ਸਾਰੀਆਂ ਸੀਟਾਂ ਲੈ ਕੇ ਆਈਏ। ਸੋ ਉਹਨਾਂ ਨੂੰ ਲੜਾਈ ਵਾਰਾ ਖਾਂਦੀ ਆ, ਉਹ ਹਮਦਰਦੀ ਵੋਟ ਨਹੀਂ ਲੈਣ ਦੇਣਾ ਚਾਹਣਗੇ ਤ੍ਰਿਣਮੂਲ ਕਾਂਗਰਸ ਨੂੰ। ਸੋ ਇੰਦਰਪ੍ਰੀਤ ਜੀ, ਇਸ ਮੁੱਦੇ ਨੂੰ ਤਾਂ ਆਪਾਂ ਥੋੜਾ ਜਿਹਾ ਉਲੰਘ ਹੀ ਜਾਈਏ ਤੇ ਪੰਜਾਬ ਵਾਲੇ ਪਾਸੇ ਪਿਛਲੇ ਦਿਨਾਂ 'ਚ ਡਾਕਟਰ ਬਲਬੀਰ ਜਦੋਂ ਇਹ ਕਹਿ ਰਹੇ ਸੀਗੇ ਕਿ ਅਸੀਂ ਉਹ ਲੋਕ ਜਿਨ੍ਹਾਂ ਕੋਲ ਬਹੁਤ ਥੋੜੀ ਮਾਤਰਾ 'ਚ ਨਸ਼ਾ ਫੜਿਆ ਜਾਊਗਾ, ਜਿਹੜੇ ਨਸ਼ਾ ਖਾਣ ਵਾਲੇ ਨੇ, ਉਹਨਾਂ ਨੂੰ ਫੜ ਕੇ ਅੰਦਰ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ, ਰੁਚਿਤ ਨਹੀਂ, ਉਹਨਾਂ ਲੋਕਾਂ ਦਾ ਤੇ ਇਲਾਜ ਹੋਣਾ ਚਾਹੀਦਾ। ਤੇ ਮੈਨੂੰ ਉਹਨਾਂ ਦੀ ਸੰਵੇਦਨਸ਼ੀਲਤਾ ਚੰਗੀ ਲੱਗੀ ਸੀ। ਘੱਟੋ ਘੱਟ ਕੋਈ ਸਿਹਤ ਮੰਤਰੀ ਡਾਕਟਰ ਹੋਣ ਦੀ ਹੈਸੀਅਤ 'ਚ ਲੋਕਾਂ ਦੀ ਸਮੱਸਿਆ ਨੂੰ ਜਾਣਦਾ ਤਾਂ ਹੈ ਨਾ ਕਿ ਸੱਚਮੁੱਚ ਜਿਹੜਾ ਖਾ ਰਿਹਾ ਉਹਨੂੰ ਤਾਂ ਤੁਸੀਂ ਜੇਲ੍ਹ ਦੇ ਵਿੱਚ ਵੀ ਬਹੁਤ ਮੁਸ਼ਕਿਲ ਨਾਲ ਰੱਖ ਪਾਉਂਦੇ ਹੋ, ਉਹਨੂੰ ਤਾਂ ਹਵਾਲਾਤਾਂ 'ਚ ਥਾਣਿਆਂ ਦੇ ਵਿੱਚ ਵੀ ਬਹੁਤ ਦੇਰ ਨਹੀਂ ਰੱਖਿਆ ਜਾਂਦਾ ਕਿ ਸਾਡੇ ਗਲ ਕੋਈ ਸਿਆਪਾ ਨਾ ਪੈ ਜੇ। ਪੁਲਿਸ ਵਾਲੇ ਕਾਫੀ ਪਰੇਸ਼ਾਨ ਰਹਿੰਦੇ ਨੇ ਇਸ ਤਰ੍ਹਾਂ ਦੇ ਨਸ਼ੇੜੀਆਂ ਨੂੰ ਅੰਦਰ ਦੇਣ ਤੋਂ। ਉਹਨਾਂ ਦੇ ਸਾਹਮਣੇ ਨਸ਼ੇ ਲੈ ਰਹੇ ਲੋਕ, ਕਿਸੇ ਕਰਕੇ ਨਹੀਂ ਉਹ ਫੜ ਰਹੇ। ਬੜੇ ਬੱਚੇ ਇਹੋ ਜਿਹੇ ਨੇ ਜਿਹੜੇ ਪੁਲਿਸ ਦੇ ਸਾਹਮਣੇ ਨਸ਼ੇੜੀ ਨੇ, ਉਹਨਾਂ ਨੂੰ ਪਤਾ ਹੈ ਪਰ ਉਹ ਉਹਨਾਂ ਨੂੰ ਹੱਥ ਨਹੀਂ ਪਾਉਂਦੇ। ਖੈਰ, ਜਦੋਂ ਇਹੋ ਜਿਹਾ ਕੋਈ ਕਾਨੂੰਨ ਆ ਜਾਂਦਾ ਤਾਂ ਇੱਕ ਸ਼ੈਲਟਰ ਵੀ ਮਿਲ ਜਾਣਾ ਸੀ ਤਾਂ ਕਿ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ। ਇਹ ਇੱਕ ਪਹਿਲੂ ਆ। ਲੇਕਿਨ ਦੂਜੇ ਬੰਨੇ ਪ੍ਰਤਾਪ ਸਿੰਘ ਬਾਜਵਾ ਨਸ਼ਿਆਂ ਦੇ ਉੱਤੇ ਘੇਰ ਰਹੇ ਨੇ। ਸੋ ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ, ਡਾਕਟਰ ਬਲਬੀਰ ਨੂੰ ਮਿਲਿਓ ਜਾਂ ਉਹਨਾਂ ਨਾਲ ਗੱਲ ਕਰਿਓ ਕਿ ਕੀ ਇਹ ਕਾਨੂੰਨ ਜਿਹੜਾ ਤੁਸੀਂ ਜਿਹਦੇ 'ਚ ਕੋਈ ਸੋਧ ਕਰਨ ਲੱਗੇ ਸੀ, NDPS ਐਕਟ ਵਿੱਚ ਕੁਝ ਚੇਂਜਸ ਲੱਗੇ ਸੀ ਲਿਆਉਣ, ਕਦੋਂ ਕੁ ਲਿਆਓਗੇ? ਘੱਟੋ ਘੱਟ ਆਪਾਂ ਹੁਣ ਵਿਹਾਰਕ ਵੀ ਹੋਈਏ, ਪ੍ਰੈਕਟੀਕੈਲਿਟੀਜ਼ ਤੇ ਆਈਏ, ਅਸੀਂ ਕੁਝ ਕਰੀਏ ਨਾ ਇਹਨਾਂ ਮਾਮਲਿਆਂ 'ਚ, ਕਿਉਂਕਿ ਬਹੁਤ ਜ਼ਰੂਰਤ ਆ ਇਸ ਵੇਲੇ ਨਸ਼ੇ ਦੇ ਮਾਮਲੇ 'ਚ ਕੁਝ ਸਖਤ ਸਟੈਪ ਲੈਣ ਦੀ। ਰੰਧਾਵਾ ਸਾਹਿਬ, ਮੈਂ ਥੋੜਾ ਜਿਹਾ ਇਸ ਤੋਂ ਇੱਕ ਅਲੱਗ ਸਟੈਪ ਤੇ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ, ਕਿਉਂਕਿ ਹੁਣ ਤੁਸੀਂ ਇਹ ਇਸ਼ੂ ਹੈ ਪਰ ਮੈਨੂੰ ਲੱਗਦਾ ਅਸੀਂ ਡਿਬੇਟ ਕਰ ਰਹੇ ਹਾਂ ਤਾਂ ਅਸੀਂ ਥੋੜਾ ਜਿਹਾ ਹੋ ਸਕਦਾ ਕਿ ਇਹਨੂੰ ਵਿਸਤਾਰ ਵਿੱਚ ਦੇ ਸਕੀਏ। ਮੇਰਾ ਇਹ ਮੰਨਣਾ ਹੈਗਾ ਕਿ ਇਕੱਲੇ ਇੱਕ NDPC ਐਕਟ 'ਚ ਹਲਕੀ ਜੀ ਸੋਧ ਕਰਨ ਨਾਲ ਕਿ ਜੀ 5 ਗ੍ਰਾਮ ਤੋਂ ਜਾਂ 1 ਗ੍ਰਾਮ ਤੋਂ ਜਾਂ 2 ਗ੍ਰਾਮ ਤੋਂ ਘੱਟ ਵਾਲੇ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਏਗਾ, ਉਹਦੇ ਨਾਲ ਮਸਲਾ ਹੱਲ ਹੋ ਜਾਣਾ ਹੈ। ਜਾਂ ਅਸੀਂ ਇਹ ਤਾਂ ਮੈਨੂੰ ਲੱਗਦਾ ਕਿ ਮਸਲੇ ਦੇ ਉੱਤੇ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਪੈਚ ਵਰਕ ਹੈ। ਮੈਨੂੰ ਇਹ ਲੱਗਦਾ ਕਿ ਸ਼ਾਇਦ ਮੌਕਾ ਆ ਗਿਆ ਸਾਡੇ ਕੋਲੇ, ਆ ਤਾਂ ਬਹੁਤ ਪਹਿਲਾਂ ਦਾ ਹੀ ਗਿਆ ਹੋਇਆ ਪਰ ਅਸੀਂ ਹਜੇ ਉਸ ਵੱਲ ਵੱਧ ਨਹੀਂ ਰਹੇ। ਅਗਰ ਸਰਕਾਰ ਦੇ ਕੋਈ ਨੁਮਾਇੰਦੇ ਸਾਡੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਤਾਂ ਮੈਂ ਇਹ ਕਹਿਣਾ ਚਾਹੂੰਗਾ, ਕਿਉਂ ਨਹੀਂ ਅਸੀਂ ਇਸ ਗੱਲ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦੇ। ਇਹ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਨਹੀਂ ਬੁਲਾਇਆ ਜਾ ਸਕਦਾ ਇਸ ਇਸ਼ੂ ਦੇ ਉੱਤੇ, ਜਦੋਂ ਅਸੀਂ ਦੂਜਿਆਂ ਕੋਈ ਇਸ਼ੂਜ਼ ਆਉਂਦੇ ਆ ਜਿਹੜੇ ਲੱਗਦੇ ਆ ਕਿ ਟੋਟਲ ਪੋਲੀਟੀਕਲ ਨੇ, ਉਦੋਂ ਤਾਂ ਅਸੀਂ ਫਟਾਫਟ ਬੁਲਾ ਲੈਂਦੇ ਆ ਵੀ ਉਹ ਬਹੁਤ ਜ਼ਰੂਰੀ ਹੈ। ਪਰ ਕੀ ਇਹ ਜ਼ਰੂਰੀ ਨਹੀਂ ਹੈਗਾ? ਤਾਂ ਜਦੋਂ ਇਹ ਅਗਰ ਬਹੁਤ ਜ਼ਰੂਰੀ ਹੈ ਤਾਂ ਕੀ ਅਸੀਂ 2 ਦਿਨ 3 ਦਿਨ ਇਸ ਤੇ ਬਹਿਸ ਨਹੀਂ ਕਰ ਸਕਦੇ? ਕਿਉਂ ਨਹੀਂ ਅਸੀਂ ਨਵੀਂ ਪਿਰਤ ਪਾਉਂਦੇ ਹੋਏ ਕੁਝ ਐਕਸਪਰਟਸ ਨੂੰ ਵੀ ਵਿਧਾਨ ਸਭਾ ਦੇ ਵਿੱਚ ਇਨਵਾਈਟ ਕੀਤੇ ਜਾਏ? ਮੈਂ ਬਹੁਤ ਸਾਰੀਆਂ ਵਿਧਾਨ ਸਭਾ 'ਚ ਦੇਖਦਾ ਕਿ ਅਗਰ ਉੱਥੇ ਕੋਈ ਇਹਦਾ ਇਸ਼ੂ ਆਉਂਦਾ ਤਾਂ ਐਕਸਪਰਟਸ ਨੂੰ ਵੀ ਬੁਲਾਉਂਦੇ ਆ। ਪਿਛਲੇ ਦਿਨੀ ਜਿਹੜੇ ਆਪਣੇ ਐਗਰੀਕਲਚਰ ਐਨਾਲਿਸਟ ਹੈਗੇ ਨੇ ਦਵਿੰਦਰ ਸ਼ਰਮਾ, ਉਹ ਗਏ ਸੀਗੇ। ਸੋ ਮੈਨੂੰ ਇਹ ਲੱਗਦਾ ਕਿ ਇਹ ਇਸ਼ੂ ਹੁਣ ਉੱਥੇ ਡਿਸਕਸ ਹੋਣ ਵਾਲਾ ਹੈ।
ਉੱਥੇ ਇਹ ਡਿਸਕਸ ਹੋਣ ਵਾਲਾ ਵੀ ਇਹਦੇ ਕੀ ਹੋਰ ਪਹਿਲੂ ਹੋ ਸਕਦੇ ਨੇ, ਕੀ ਨਵੇਂ ਤਰੀਕੇਕਾਰ ਹੋ ਸਕਦੇ ਨੇ। ਹੋ ਸਕਦਾ ਕਿ ਅੱਜ ਅਸੀਂ ਆਮ ਆਦਮੀ ਪਾਰਟੀ ਇਹ ਕਹਦੇ ਕਿ ਠੀਕ ਹੈ, ਅਸੀਂ ਜਿਹੜੀ ਸਿੰਥੈਟਿਕ ਡਰੱਗ ਨੂੰ ਰੋਕਣ ਵਾਸਤੇ ਜਿਹੜੀ ਇਹ ਦੂਜੀ ਡਰੱਗ ਹੈ, ਆਰਗੈਨਿਕ ਡਰੱਗ ਹੈ, ਭੰਗ ਹੈ ਜਾਂ ਅਫੀਮ ਹੈ ਜਾਂ ਚੂਰਾ ਪੋਸਟ ਹੈ, ਜੋ ਵੀ ਹੈ, ਇਹਨੂੰ ਅਸੀਂ ਰੈਗੂਲਾਈਜ਼ ਕਰਾਂਗੇ, ਇਹਦੇ ਵੀ ਸ਼ਰਾਬ ਵਾਂਗੂ ਠੇਕੇ ਹੋਣਗੇ, ਜਿਨ੍ਹਾਂ ਨੇ ਲੈਣੀ ਆ ਉੱਥੋਂ ਲੈ ਲਓ। ਤਾਂ ਹੋ ਸਕਦਾ ਹੈ ਕਿ ਉਦੋਂ ਅਕਾਲੀ ਦਲ, ਕਾਂਗਰਸ, ਬੀਜੇਪੀ ਇੱਕ ਬੰਬਾਰਟਮੈਂਟ ਜੀ ਕਰ ਦੇਣ ਇਹਨਾਂ ਦੇ ਉੱਤੇ ਵੀ ਤੁਸੀਂ ਇਹਦਾ ਮਤਲਬ ਹੈ ਵੀ ਘਰ ਘਰ ਨਸ਼ਾ ਪਹੁੰਚਾਓਗੇ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਲੱਗਦਾ ਵੀ ਕਈ ਵਾਰ ਪੋਲੀਟੀਸ਼ੀਅਨ ਉੱਥੇ ਹੀ ਡਰ ਜਾਂਦਾ, ਇਸ ਕਰਕੇ ਕਈ ਵਾਰ ਉਹ ਚੰਗਾ ਕਦਮ ਲੈ ਹੀ ਨਹੀਂ ਸਕਦਾ। ਤਾਂ ਇਹਦਾ ਸਭ ਤੋਂ ਅੱਛਾ ਤਰੀਕਾਕਾਰ ਇਹੀ ਹੋ ਸਕਦਾ ਵੀ ਇਹਨੂੰ ਵਿਧਾਨ ਸਭਾ ਦੇ ਵਿੱਚ ਡਿਸਕਸ ਕੀਤਾ ਜਾਏ। ਉੱਥੇ ਜਦੋਂ ਕੋਈ ਚੀਜ਼ ਨਿਕਲ ਕੇ ਆਏ ਉਦੋਂ ਇੱਕ ਪੂਰੀ ਬਣੇ ਕਿ ਆਹ ਰਣਨੀਤੀ ਹੋਗੀ, ਇਸ ਚੀਜ਼ ਨੂੰ ਮਤਲਬ ਇਸ ਚੀਜ਼ ਤੇ ਸਾਨੂੰ ਜਾਣਾ ਚਾਹੀਦਾ ਹੈ। ਚਾਹੇ ਤਾਂ ਇੱਕ ਡਾਕਟਰ ਬਲਬੀਰ ਸਿੰਘ ਜੀ ਦੀ ਪਹਿਲ ਕਰਨ ਔਰ ਇੱਕ ਡਰਾਫਟ ਲੈ ਕੇ ਆਉਣ ਬਕਾਇਦਾ ਕਿ ਮੈਂ ਜਿਹੜਾ ਅਗਲੇ ਸਾਲਾਂ ਦੇ ਵਿੱਚ ਆਹ ਕਰਨਾ ਚਾਹੁੰਦਾ। ਤੁਸੀਂ ਦੱਸੋ ਸਾਰੀਆਂ ਓਪੋਨੈਂਟ ਪਾਰਟੀਆਂ ਕਿ ਤੁਸੀਂ ਕੀ ਇਸ ਦੇ ਉੱਤੇ ਆਪਣਾ ਕੋਈ ਵਿਊ ਪੁਆਇੰਟ ਦੇਣਾ ਚਾਹੁੰਦੇ ਹੋ ਜਿਹਨੂੰ ਮੈਂ ਇਨਕੋਰਪੋਰੇਟ ਕਰ ਸਕਾਂ। ਸੋ ਮੈਨੂੰ ਲੱਗਦਾ ਕਿ ਉਹ ਤਰੀਕਾਕਾਰ ਜ਼ਿਆਦਾ ਠੀਕ ਹੋਊਗਾ। ਔਰ ਚਾਹੇ ਕੋਈ ਫਿਰ ਅਗਲੀ ਵੀ ਸਰਕਾਰ ਆ ਜਾਏ, ਆਮ ਆਦਮੀ ਪਾਰਟੀ ਦੀ ਜਾਏ, ਕਾਂਗਰਸ ਦੀ ਆ ਜਾਏ, ਕਾਂਗਰਸ ਦੀ ਜਾਏ, ਅਕਾਲੀ ਦਲ ਦੀ ਆ ਜਾਏ, ਐਟਲੀਸਟ ਫਿਰ ਉਹ ਇੱਕ ਇਹੋ ਜਿਹਾ ਮਸੌਦਾ ਤਿਆਰ ਹੋ ਜਾਏਗਾ ਜਿਹਦੇ ਉੱਤੇ ਸਾਰੀਆਂ ਪਾਰਟੀਆਂ ਇਕਮਤ ਹੋਣਗੀਆਂ ਔਰ ਉਹਨੂੰ ਅਸੀਂ ਲੌਂਗ ਟਰਮ ਪਾਲਿਸੀ ਦੇ ਵਿੱਚ ਇਨਵੋਲਵ ਕਰਕੇ ਇਹਨੂੰ ਸਹੀ ਕਰ ਸਕਾਂਗੇ। ਅਦਰਵਾਈਜ਼ ਮੈਨੂੰ ਲੱਗਦਾ ਕਿ ਜੇ ਸਾਡੀ ਖਾਕੀਆਂ ਸਰੇਆਮ ਮਤਲਬ ਤੁਸੀਂ ਦੇਖੋ ਡਰੱਗ ਲੈਂਦੇ ਹੋਏ ਦਿਖ ਰਹੇ ਨੇ, ਵੀਡੀਓਜ਼ ਆ ਰਹੇ ਨੇ, ਤਾਂ ਫਿਰ ਇਸ ਜਿਹਨੇ ਰੋਕਣਾ ਹੈ ਅਗਰ ਉਹ ਵੀ ਦਾਗਦਾਰ ਹੋਇਆ ਪਿਆ ਹੈ, ਜਿਹਨੂੰ ਰੋਕਣਾ ਹੈ ਉਹ ਵੀ ਦਾਗਦਾਰ ਨੇ, ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਇਸ ਮਸਲੇ ਦਾ ਕੋਈ ਸਥਾਈ ਹੱਲ ਨਿਕਲੇਗਾ। ਮੈਨੂੰ ਪਿੱਛੇ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸ਼ਾਇਦ ਇੱਕ ਸ਼ਿਕਾਗੋ ਦੇ ਵਿੱਚ ਕਿਸੇ ਨੇ ਮੈਨੂੰ ਇਹ ਦੱਸਿਆ ਸੀ ਵੀ ਸ਼ਿਕਾਗੋ 'ਚ ਵੀ ਸੇਮ ਤਰ੍ਹਾਂ ਦੀ ਹੋਈ ਸੀਗੀ। ਉੱਥੇ ਸ਼ਰਾਬ ਨੂੰ ਇਸੇ ਤਰ੍ਹਾਂ ਹੀ ਰੋਕਣ 'ਚ ਨਾਕਾਮਯਾਬ ਹੋਏ ਸੀ, ਤਾਂ ਉਹਨਾਂ ਨੇ ਸ਼ਰਾਬ ਨੂੰ ਫਿਰ ਲੀਗਲਾਈਜ਼ ਕਰਤਾ ਸੀ, ਤੇ ਜਿਹੜਾ ਮਹੀਨੇ 'ਚ ਹੀ ਸਾਰਾ ਤਸਕਰੀ ਖਤਮ ਹੋ ਗਈ। ਸੋ ਮੈਨੂੰ ਲੱਗਦਾ ਕਿ ਸਾਨੂੰ ਵੀ ਕੋਈ ਇਹੋ ਜਿਹਾ ਕਦਮ ਉਠਾਉਣ ਵੱਲ ਵਧਣਾ ਪਊਗਾ। ਉਹਦੇ ਤਰੀਕਾਕਾਰ ਜਿਵੇਂ ਮੈਂ ਸੁਝਾਇਆ ਕਿ ਵਿਧਾਨ ਸਭਾ ਦਾ ਇੱਕ ਸੈਸ਼ਨ ਹੋ ਸਕਦਾ ਹੈ, 2-3 ਦਿਨ ਦੀ ਬਹਿਸ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਤੁਸੀਂ ਇੱਕ ਸਰਬ ਪਾਰਟੀ ਮੀਟਿੰਗ ਵੀ ਕਾਲ ਕਰ ਸਕਦੇ ਹੋ, ਮੁੱਖ ਮੰਤਰੀ ਇਨੀਸ਼ੀਏਟ ਕਰ ਸਕਦੇ ਆ ਸਰਬ ਪਾਰਟੀ ਮੀਟਿੰਗ ਦੇ ਵਿੱਚ, ਕਿਉਂਕਿ ਉੱਥੇ ਹੋ ਸਕਦਾ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬੋਲਣ ਦਾ ਕਿਉਂਕਿ ਨੁਮਾਇੰਦਗੀ ਨਹੀਂ ਹੈਗੀ, ਮੌਕਾ ਨਾ ਮਿਲੇ। ਕਾਮਰੇਡਾਂ ਦੀਆਂ ਪਾਰਟੀਆਂ ਨੇ ਔਰ ਕਿਸਾਨ ਜਥੇਬੰਦੀਆਂ ਨੇ, ਅਕਾਲੀ ਦਲ ਦੀ ਬਹੁਤ ਵੱਡੀ ਉੱਥੇ ਨਹੀਂ ਹੈ ਗਿਣਤੀ। ਸੋ ਇਸ ਕਰਕੇ ਪਹਿਲਾਂ ਇੱਕ ਸਰਬ ਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਤੇ ਜਿੰਨੇ ਪਤਵੰਤੇ ਆ ਪੰਜਾਬ ਦੇ, ਉਹਨਾਂ ਨਾਲ ਕਿਸੇ 100 ਬੰਦੇ ਨਾਲ ਮੁੱਖ ਮੰਤਰੀ ਬਹਿ ਕੇ ਇੱਕ ਕੰਸੈਂਸਸ ਦੇ ਕਾਮ ਰਾਏ ਬਣਾ ਲੈਣ। ਉਸ ਤੋਂ ਬਾਅਦ ਫਿਰ ਇਹਨੂੰ ਵਿਧਾਨ ਸਭਾ 'ਚ ਲਿਜਾਇਆ ਜਾਵੇ, ਜਿੱਥੇ ਡਾਕਟਰ ਬਲਬੀਰ ਸਿੰਘ ਆਪਣਾ ਖਰੜਾ ਪੇਸ਼ ਕਰਨ ਕਿ ਅਸੀਂ ਇਹਨਾਂ ਤੌਰ ਤਰੀਕਿਆਂ ਨਾਲ ਅੱਗੇ ਵੱਧ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਇੱਥੇ ਹੁਣ ਸਖਤ ਫੈਸਲੇ ਲੈਣ ਦੀ ਲੋੜ ਆ, ਇੱਥੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਮੈਂ ਇਹਦੇ 'ਚ ਇਸ ਗੱਲ ਨੂੰ ਕਾਫੀ ਅਹਿਮ ਮੰਨੂਗਾ ਕਿ ਜੇ ਇੱਥੇ ਸਹੀ ਮਾਇਨਿਆਂ 'ਚ ਕਾਰਵਾਈ ਨਹੀਂ ਹੁੰਦੀ ਤੇ ਆਉਂਦੇ ਸਮੇਂ 'ਚ ਪੰਜਾਬ 'ਚ ਕਤਲੋਗਾਰਤ, ਲੁੱਟ ਖੋਹ ਇਹਦੇ ਨਾਲੋਂ ਵੀ ਵਸੀ ਹੋ ਸਕਦੀ ਆ। ਅਸੀਂ ਬੜੇ ਕਤਲ ਦੇਖ ਰਹੇ ਆ ਜਿਹੜੇ ਸਿਰਫ ਨਸ਼ਿਆਂ ਦੀ ਖਾਤਰ ਹੋ ਰਹੇ ਆ, ਔਰ ਜਿਨ੍ਹਾਂ ਦੇ ਜਿਹੜੇ ਹੋਸ਼ ਗਵਾ ਕੇ ਕਰ ਰਹੇ ਆ, ਸੋ ਉਹਨਾਂ ਨੂੰ ਲਿਆਉਣਾ ਪਊਗਾ ਹੋਸ਼ ਵਿੱਚ। ਭਾਸਕਰ ਸਾਹਿਬ, ਆਖਰ ਦੇ ਵਿੱਚ ਚੱਲੀਏ, ਮਾਮਲਾ ਕੇਂਦਰੀ ਪੋਲਿਟਿਕਸ ਦਾ ਹੈ। ਜਦੋਂ ਉਧਵ ਠਾਕਰੇ ਆਪਣੀ ਪੁਰਾਣੀ ਭਾਈਵਾਲ ਪਾਰਟੀ ਨੂੰ ਜਿਹੜੀ ਸੱਤਾ 'ਚ ਤਗੜੀ ਆ, ਤਾਕਤਵਰ ਆ, ਉਹਨੂੰ ਸ਼ੀਸ਼ਾ ਵਿਖਾ ਰਹੇ ਨੇ ਨਾ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਗੱਠਜੋੜਾਂ ਵੇਲੇ ਹੋਰ ਹੁੰਦੇ ਹੋ। ਇਹ 18 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਦੀ ਕਵਾਇਦ, ਜਿਹਦੇ 'ਚ ਚਿਰਾਗ ਪਾਸਵਾਨ ਨੂੰ ਵੀ ਮਿਲਿਆ ਜਾ ਰਿਹਾ, ਜਿਹਦਾ ਚਾਚਾ ਮੇਰੇ ਖਿਆਲ ਮੰਤਰੀ ਮੰਡਲ 'ਚ ਵੀ ਹੈ, ਉਹਦਾ ਘੋਰ ਵਿਰੋਧੀ। ਇਹਨਾਂ ਨੂੰ ਇਕੱਠਿਆਂ ਕੀਤਾ ਜਾਊਗਾ ਜਾਂ ਬਾਕੀ ਗੱਲਾਂ? ਤੇ ਹੋਰ ਵੀ ਕਈ ਪਾਰਟੀਆਂ ਜਿਹੜੀਆਂ ਪਾਰਟੀਆਂ ਨਾਲ ਆ ਸਕਦੀਆਂ ਨੇ 18 ਨੂੰ। ਹਾਲਾਂਕਿ ਅਕਾਲੀ ਦਲ ਦੀ ਸਥਿਤੀ ਅਸਮੰਜਸ ਵਾਲੀ ਹੈ, ਅਜੇ ਤੱਕ ਕਿਧਰੋਂ ਕੋਈ ਕਲੈਰਿਟੀ ਨਹੀਂ ਹੋ ਰਹੀ। ਜੁਲਾਈ 18 ਨੂੰ ਪਿਛਲਾ ਐਨਡੀਏ ਯਾਨੀ 2019 ਦਾ ਐਨਡੀਏ ਇੱਕ ਵਾਰ ਦੁਬਾਰਾ ਇਕੱਠਾ ਹੋ ਰਿਹਾ ਹੈ। ਉਧਵ ਠਾਕਰੇ ਔਰ ਅਕਾਲੀ ਦਲ ਦੀ ਗੱਲ ਹੋ ਰਹੀ ਹੈ, ਖਾਸ ਕਰਕੇ ਸ਼ਿਵ ਸੈਨਾ ਜਿਸ ਤਰੀਕੇ ਨਾਲ ਏਕਨਾਥ ਸ਼ਿੰਦੇ ਉਹਨਾਂ ਹੁਣ ਮੁੱਖ ਮੰਤਰੀ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਐਮਐਲਏ ਹੁਣ ਸ਼ਿਵ ਸੈਨਾ ਨੂੰ ਛੱਡ ਚੁੱਕੇ ਨੇ। ਕੱਲ ਦਰਦ ਨਿਕਲਿਆ ਉਧਵ ਠਾਕਰੇ ਉਹਨਾਂ ਦਾ, ਉਹ ਕਹਿੰਦੇ ਅਸੀਂ ਮੰਗਿਆ ਕੀ ਸੀਗਾ, ਸਾਡਾ ਤੇ ਐਗਰੀਮੈਂਟ ਹੋਇਆ ਸੀ ਤੁਹਾਡਾ ਕਿ 2.5 ਸਾਲ ਤੁਹਾਡਾ ਮੁੱਖ ਮੰਤਰੀ, 2.5 ਸਾਲ ਸਾਡਾ। ਇਸ ਐਗਰੀਮੈਂਟ ਨੂੰ ਨਾ ਮੰਨ ਕੇ, ਕਿਉਂਕਿ ਮੈਂ ਆਪਣੇ ਆਪ ਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੁੰਦਾ ਸੀਗਾ, ਮੈਂ ਤੇ ਕਿਸੇ ਸ਼ਿਵ ਸੈਨਿਕ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਸੀ। ਔਰ ਤੁਸੀਂ ਉਹ ਸਾਡੀ ਪਾਰਟੀ ਨੂੰ ਤੋੜ ਕੇ ਪੂਰੀ ਕੀਤੀ ਹੈ ਕਿ ਉਹ ਜਿਹੜਾ ਏਕਨਾਥ ਸ਼ਿੰਦੇ ਉਹਨਾਂ ਸ਼ਿਵ ਸੈਨਿਕ ਹੀ ਸੀ ਨਾ, ਉਹਨਾਂ ਨੂੰ ਹੁਣ ਮੁੱਖ ਮੰਤਰੀ ਬਣਾਇਆ ਹੀ ਹੈ ਨਾ ਤੁਸੀਂ, ਤੇ ਉਹ ਸਾਨੂੰ ਕਿਉਂ ਨਹੀਂ ਬਣਾਇਆ? ਇਹ ਸਾਰੀ ਗੱਲਾਂ ਦੇ ਉੱਤੇ ਔਰ ਉਹਨਾਂ ਨੇ ਬੀਜੇਪੀ ਦੇ ਉੱਤੇ ਆਰੋਪ ਵੀ ਲਾਇਆ
ਕਿ ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨਾਲ ਹੋਇਆ ਔਰ ਐਨਸੀਪੀ ਦੇ ਨਾਲ ਹੋਇਆ ਔਰ ਹੋਰ ਕਈ ਸੂਬਿਆਂ ਦੇ ਵਿੱਚ ਇਦਾਂ ਦੀ ਗੱਲਾਂ ਹੋ ਸਕਦੀ ਹੈ। ਪਹਿਲੇ ਮੱਧ ਪ੍ਰਦੇਸ਼ ਕਰਨਾਟਕਾ ਦੀ ਵੀ ਉਹਨਾਂ ਨੇ ਜ਼ਿਕਰ ਤੇ ਨਹੀਂ ਕੀਤਾ, ਪਰ ਰੈਫਰੈਂਸ ਉਸ ਵੱਲ ਸੀਗਾ। ਉਹ ਕਹਿੰਦੇ ਬੀਜੇਪੀ ਜਿੱਥੇ ਵੀ ਜਾਂਦੀ ਹੈ ਰੀਜਨਲ ਪਾਰਟੀਆਂ ਨੂੰ ਤੋੜ ਦਿੰਦੀ ਹੈ। ਅਕਾਲੀ ਦਲ ਨੂੰ ਹੋ ਸਕਦਾ ਕਈ ਵਾਰ ਸੁਣਾਣਾ ਤੁਸੀਂ ਨੂੰ ਹੁੰਦਾ ਤੇ ਸੁਣਾਉਂਦੇ ਹੋ ਧੀ ਨੂੰ, ਉਦਾਂ ਦੀ ਗੱਲਾਂ ਕੱਲ ਸ਼ਿਵ ਸੈਨਾ ਦੇ ਉद्धਵ ਠਾਕਰੇ ਉਹਨਾਂ ਕਰਦੇ ਹੋਏ ਨਜ਼ਰ ਆਏ, ਕਿਉਂਕਿ ਅਕਾਲੀ ਦਲ ਵਾਸਤੇ ਵੀ ਇੱਕ ਮੈਸੇਜ ਸੀਗਾ ਸਾਡਾ ਜੋ ਹਾਲ ਕੀਤਾ ਕੱਲ ਨੂੰ ਤੁਹਾਡਾ ਵੀ ਉਦਾਂ ਨਾ ਕਰਨ, ਕਿਉਂਕਿ ਅਸੀਂ ਦੋਨੋਂ ਪੁਰਾਣੇ ਐਨਡੀਏ ਦੇ ਸਾਥੀ ਹੈਗੇ ਨੇ। ਔਰ ਇਸ ਵੱਲ ਗੱਲ ਤੁਰ ਵੀ ਰਹੀ ਹੈ, ਜੁਲਾਈ 18 ਦੇ ਵਿੱਚ ਅਕਾਲੀ ਦਲ ਨਹੀਂ ਜਾਏਗਾ, ਇਹਦੇ ਸੰਕੇਤ ਜ਼ਿਆਦਾ ਆ ਰਹੇ ਨੇ। ਹੁਣ ਜਾਏਗਾ ਜਾਂ ਬੁਲਾਇਆ ਹੀ ਨਹੀਂ ਗਿਆ, ਇਹ ਵੀ ਗੱਲਾਂ ਹੁਣ ਚੱਲਣ ਲੱਗ ਗਈ ਹੈ। ਔਰ ਇਸ ਅਲਾਈਅੰਸ ਦੇ ਉੱਤੇ ਵਿਰਾਮ ਲੱਗਿਆ ਕਿ ਅੱਗੇ ਗੱਲਾਂ ਤੁਰਨਗੀਆਂ। ਇਹ ਸਵਾਲ ਸਾਨੂੰ ਪੋਲੀਟੀਸ਼ੀਅਨਸ ਤੋਂ ਲੈ ਕੇ ਆਮ ਲੋਕ ਰੋਜ਼ ਪੁੱਛਦੇ ਨੇ, ਜਿਹਦਾ ਆਨਸਰ ਫਿਲਹਾਲ ਸਾਡੇ ਕੋਲ ਵੀ ਨਹੀਂ ਹੈਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।